एग्जाम राजस्थान जुडिशरी का एग्जाम सीगा ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਸਕਦੀ, ਉਤਾਰ ਕੇ ਅੰਦਰ ਮੈਂ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ, ਉਸ ਟਾਈਮ ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰੇ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ। ਰਾਜਸਥਾਨ ਵਿਖੇ ਜੁਡੀਸ਼ਰੀ ਲਈ ਐਂਟਰੈਂਸ ਵਾਸਤੇ ਐਗਜ਼ਾਮ ਦੇਣ ਪੁੱਜੇ ਜ਼ਿਲ੍ਹਾ ਤਰਨਤਾਰਨ ਦੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਿਹੜੀ ਧੀ ਹੈ ਗੁਰਪ੍ਰੀਤ ਕੌਰ, ਉਸ ਨੂੰ ਉਸ ਮੌਕੇ ਤੇ ਐਗਜ਼ਾਮ ਦੇਣ ਤੋਂ ਪਹਿਲਾਂ ਜਿਹੜੇ ਕਕਾਰ ਹਨ ਉਸ ਨੂੰ ਉਤਾਰਨ ਲਈ ਦਬਾਅ ਬਣਾਇਆ ਗਿਆ, ਲੇਕਿਨ ਉਹਨਾਂ ਵੱਲੋਂ ਇਸ ਕਕਾਰਾਂ ਨੂੰ ਉਤਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜਿਸ ਦੇ ਚੱਲਦਿਆਂ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਮਨਾ ਕਰ ਦਿੱਤਾ ਗਿਆ। ਅੱਜ ਅਸੀਂ ਗੁਰਪ੍ਰੀਤ ਕੌਰ ਦੇ ਘਰ ਮੌਜੂਦ ਹਾਂ ਔਰ ਉਹਨਾਂ ਨਾਲ ਹੀ ਖਾਸ ਗੱਲ ਕਰਾਂਗੇ ਕੀ ਪੋਜੀਸ਼ਨ ਸੀ ਉਸ ਵੇਲੇ, ਉਹਨਾਂ ਵੱਲੋਂ ਲਿਆ ਗਿਆ ਫੈਸਲਾ ਕਿਸ ਤਰ੍ਹਾਂ ਸੀ ਔਰ ਕਿਵੇਂ ਦੀ ਸਿਚੁਏਸ਼ਨ ਸੀ। ਗੁਰਪ੍ਰੀਤ ਕੌਰ ਜੀ, ਕੀ ਹੋਇਆ ਉਸ ਵੇਲੇ, ਕਿਸ ਤਰ੍ਹਾਂ ਤੁਸੀਂ ਇਹ ਸਭ ਉਸ ਲਈ ਐਗਜ਼ਾਮ ਦੇਣ ਲੱਗੇ, ਜਿਹੜਾ ਤੁਹਾਨੂੰ ਦਬਾਅ ਬਣਾਇਆ ਗਿਆ, ਕਕਾਰ ਉਤਾਰਨ ਲਈ ਕਿਹਾ ਗਿਆ, ਤੁਸੀਂ ਇਹਨੂੰ ਫੈਸਲਾ ਲਿਆ ਕਿ ਮੈਂ ਨਹੀਂ ਉਤਾਰਨਾ, ਕੀ ਕਹਿਣਾ ਚਾਹੁੰਦੇ ਇਸ ਵਿੱਚ? ਸੋ ਜਿਵੇਂ ਜੁਡੀਸ਼ਰੀ ਦੇ ਐਗਜ਼ਾਮ ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਐਂਡ ਮੈਨੂੰ ਸੀਗਾ ਓਬਵੀਅਸ ਹੈ ਇੱਕ ਸਿੱਖ ਦੇ 5 ਕਕਾਰ ਉਹਦੇ ਲਈ ਬੋਡੀ ਪਾਰਟ ਨੇ, ਉਹਦੇ ਲਈ ਕਿੰਨਾ ਜ਼ਰੂਰੀ ਨੇ। ਸਿੱਖ ਨਹੀਂ, ਮੇਰੇ ਖਿਆਲ ਨਾਲ ਹਰ ਪਰਸਨ ਜਾਣਦਾ ਹੈ ਕਿ ਸਿੱਖ ਦੇ 5 ਕਕਾਰ ਉਹਦੀ ਆਇਡੈਂਟੀਟੀ ਦਾ ਪਾਰਟ ਨੇ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਸਕਦੀ, ਉਤਾਰ ਕੇ ਅੰਦਰ ਨਹੀਂ ਜਾਣਾ ਮੈਂ ਪੇਪਰ ਦੇਣ। ਸੋ ਉਹੀ ਚੀਜ਼ ਮੈਂ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ, ਉਸ ਟਾਈਮ ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰੇ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਇਹ ਪਹਿਲੀ ਵਾਰ ਤੁਸੀਂ ਐਗਜ਼ਾਮ ਦੇਣ ਗਏ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਚੁੱਕੇ ਐਗਜ਼ਾਮ ਕੋਈ? ਪਹਿਲੇ ਇਸ ਤੋਂ ਪਹਿਲੇ ਹਰਿਆਣਾ ਜੁਡੀਸ਼ਰੀ ਦਾ ਐਗਜ਼ਾਮ ਸੀਗਾ, ਉਹ ਮੈਂ ਅਪੀਅਰ ਕੀਤਾ ਸੀਗਾ ਐਂਡ ਹੁਣ ਰਾਜਸਥਾਨ ਫਸਟ ਅਟੈਂਪਟ ਸੀਗਾ। ਰਾਜਸਥਾਨ ਮੈਂ ਪਹਿਲੀ ਵਾਰ ਐਗਜ਼ਾਮ ਦੇਣ ਗਈ ਸੀਗੀ ਜੁਡੀਸ਼ਰੀ ਦਾ। ਕੀ ਉਸ ਵੇਲੇ ਵੀ ਐਵੇਂ ਦੀ ਕੋਈ ਸਿਚੁਏਸ਼ਨ ਸਾਹਮਣੇ ਆਈ, ਪੇਸ਼ ਹੋਈ? ਨਹੀਂ, ਹਰਿਆਣਾ ਜੁਡੀਸ਼ਰੀ ਵੇਲੇ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਸੀਗੀ ਐਂਡ ਮੇਰੇ ਖਿਆਲ ਨਾਲ ਮੋਸਟ ਆਫ ਦ ਐਗਜ਼ਾਮਸ 'ਚ ਨਹੀਂ ਵੀ ਆਉਂਦੀ, ਬਟ ਰਾਜਸਥਾਨ 'ਚ ਲਾਸਟ ਈਅਰ ਵੀ ਆਈ ਸੀ, ਇਸ ਸਾਲ ਵੀ ਸੇਮ ਸਿਚੁਏਸ਼ਨ ਹੈ। ਤਾਂ ਹਰਿਆਣਾ 'ਚੋਂ ਉਹਦੇ 'ਚ ਗਾਈਡਲਾਈਨਸ ਸੀਗੀਆਂ ਕਿ ਬੱਚਾ ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲੇ ਅੰਮ੍ਰਿਤਧਾਰੀ ਜਿਹੜਾ ਬੱਚਾ ਹੈ ਰਿਪੋਰਟ ਕਰੇ ਐਂਡ ਉਹਦੀ ਇਨਸਪੈਕਸ਼ਨ ਕਿਵੇਂ ਹੋਏਗੀ, ਟੇਪਿੰਗ ਕੀਤੀ ਗਈ। ਸੋ ਉਹ ਸਭ ਪ੍ਰੀਕਾਸ਼ਨਸ ਉਹਨਾਂ ਨੇ ਲਏ, ਉਹ ਜੋ ਇਨਸਪੈਕਸ਼ਨ ਸੀਗੀ ਉਹ ਕੀਤੀ ਗਈ ਐਂਡ ਬਟ ਮੈਨੂੰ ਐਗਜ਼ਾਮ ਦੇਣ ਦਿੱਤਾ ਗਿਆ। ਸੋ ਮੈਂ ਉਹ ਕਲੀਅਰ ਕੀਤਾ ਸੀਗਾ, ਉਹ ਮੈਂ ਐਗਜ਼ਾਮ ਦਿੱਤਾ ਸੀਗਾ, ਬਟ ਇਸ ਵਾਰ ਕੋਈ ਆਲਟਰਨੇਟਿਵ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਰਾਜਸਥਾਨ ਜਿਹੜਾ ਤੁਸੀਂ ਐਗਜ਼ਾਮ ਦੇਣ ਪੁੱਜੇ ਸੀ, ਉੱਥੇ ਕੀ ਇਹਦੇ ਵਿੱਚ ਕੋਈ ਗਾਈਡਲਾਈਨਸ ਵਗੈਰਾ ਪਹਿਲਾਂ ਸ਼ੋ ਨਹੀਂ ਕੀਤੀਆਂ ਗਈਆਂ ਸੀ ਉਹਦੇ ਵਿੱਚ ਇਸ ਕਕਾਰਾਂ ਸੰਬੰਧੀ ਜਾਂ ਹੋਰ? ਕਕਾਰਾਂ ਸੰਬੰਧੀ ਸਪੈਸੀਫਿਕ ਗਾਈਡਲਾਈਨ ਤਾਂ ਕੋਈ ਵੀ ਨਹੀਂ ਸੀਗੀ। ਤਾਂ ਅੰਮ੍ਰਿਤਧਾਰੀ ਸਿੱਖ ਦੇ ਕਕਾਰ ਅਗਰ ਕੁਛ ਤੁਸੀਂ ਉਹਦੇ ਤੇ ਗਾਈਡਲਾਈਨਸ ਕਰਨੀ ਹੈ ਤਾਂ ਉਹਨੂੰ ਸਪੈਸੀਫਿਕ ਮੈਂਸ਼ਨ ਕਰਨਾ ਚਾਹੀਦਾ ਸੀ, ਨਾਟ ਜਸਟ ਕਿ ਤੁਸੀਂ ਇਹ ਕਹਿ ਦਿਓ ਕਿ ਸ਼ਾਰਪ ਆਬਜੈਕਟ ਹੈ ਤਾਂ ਤੁਸੀਂ ਡਿਨਾਈ ਕਰ ਰਹੇ ਹੋ। ਰਬਰ ਬੈਂਡ, ਸ਼ਾਰਪ ਆਬਜੈਕਟ, ਰਿੰਗਸ, ਜੁਐਲਰੀ ਉਹ ਇੱਕ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਤੋਂ ਡਿਫਰੈਂਟ ਹੈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ, ਜੋ ਇੰਨੀ ਦੂਰ ਤੋਂ ਪ੍ਰੈਪਰੇਸ਼ਨ ਕਰਕੇ ਉੱਥੇ ਤੁਹਾਡੇ ਕੋਲ ਐਗਜ਼ਾਮ ਦੇਣ। ਉਹ
ਫੀਸ ਫਿਲ ਕਰ ਆਪਣਾ ਫਾਰਮ ਫਿਲ ਕੀਤਾ ਹੈ, ਫੀਸ ਪੇ ਕੀਤੀ ਹੈ, ਟਰੈਵਲ ਕਰਕੇ ਪ੍ਰੈਪਰੇਸ਼ਨ ਕਰਕੇ ਉੱਥੇ ਪਹੁੰਚ ਰਿਹਾ ਆ, ਤੁਸੀਂ ਉਹਨੂੰ ਐਗਜ਼ਾਮ ਦੇ ਬਾਹਰ ਬਿਨਾਂ ਆਲਟਰਨੇਟਿਵ ਦਿੱਤੇ, ਬਿਨਾਂ ਗਾਈਡਲਾਈਨ ਦਿੱਤੇ ਹੈਰਾਸ ਕਰਕੇ ਬਾਹਰ ਨਹੀਂ ਖੜੇ ਕਰ ਸਕਦੇ। ਕੀ ਮਹਿਸੂਸ ਕਰਦੇ ਜੀ ਉਸ ਵੇਲੇ ਸਿਚੁਏਸ਼ਨ ਨੂੰ ਜਦੋਂ ਤੁਸੀਂ ਫੈਸਲਾ ਲਿਆ, ਅੱਗੇ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਹੋਣਾ ਚਾਹੀਦਾ ਸੀ ਇਹਦੇ ਵਿੱਚ? ਸੋ ਫੈਸਲਾ ਮੈਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਮੀਡੀਆ ਚ ਆਏਗਾ, ਐਡਾ ਵੱਡਾ ਫੈਸਲਾ ਹੈ ਨਹੀਂ ਹੈ, ਬਟ ਪਰਸਨਲੀ ਮੇਰਾ ਉਸ ਟਾਈਮ ਇਹੀ ਫੈਸਲਾ ਸੀਗਾ ਕਿ ਮੈਂ ਕਕਾਰ ਉਤਾਰ ਕੇ ਨਹੀਂ ਜਾਣਾ। ਸੋ ਉਹ ਮੇਰਾ ਉਸ ਟਾਈਮ ਜੋ ਫੈਸਲਾ ਸੀਗਾ, ਮੈਂ ਉੱਤੇ ਖੜੀ ਸੀਗੀ। ਬਾਕੀ ਜੋ ਉਸ ਟਾਈਮ ਜਿਵੇਂ ਵੀ ਕੰਟੈਕਟ ਜੋ ਕੀਤਾ ਗਿਆ, ਜਥੇਬੰਦੀਆਂ ਨਾਲ ਕੰਟੈਕਟ ਹੋਇਆ, ਐਸਜੀਪੀਸੀ ਨਾਲ ਕੰਟੈਕਟ ਹੋਇਆ, ਕੁਝ ਐਡਵੋਕੇਟਸ ਨਾਲ ਹੋਇਆ, ਸੋ ਉਹਦੇ ਥਰੂ ਉਹ ਚੀਜ਼ ਜਿਹੜੀ ਆ ਹਾਈਲਾਈਟ ਹੋਈ ਹੈ, ਮੀਡੀਆ ਦੇ ਥਰੂ ਹਾਈਲਾਈਟ ਹੋਈ ਹੈ, ਜੈਨੂਇਨ ਮੁੱਦਾ ਜੋ ਉਹ ਉੱਠਿਆ ਹੈਗਾ ਆ। ਸੋ ਮੈਂ ਮੀਡੀਆ ਨੂੰ, ਜਥੇਬੰਦੀਆਂ ਨੂੰ, ਹਰ ਇੱਕ ਪਰਸਨ ਨੂੰ ਜੋ ਐਡਵੋਕੇਟਸ ਨੇ, ਜੋ ਐਜ਼ ਅ ਹਿਊਮਨ ਜਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ, ਸੋ ਇਸ ਰਾਈਟ ਦੀ ਬੱਚਿਆਂ ਦੇ ਰਾਈਟ ਦੀ ਕਕਾਰਾਂ ਨੂੰ ਲੈ ਕੇ ਉਹ ਜਿਹੜਾ ਆ ਕੋਈ ਸੋਲੂਸ਼ਨ ਇਸ ਤੇ ਜੋ ਐਫਰਟ ਕਰ ਸਕਦੇ ਨੇ, ਜਿਵੇਂ ਵੀ ਹੈਲਪ ਕਰ ਸਕਦੇ ਨੇ, ਉਹ ਜ਼ਰੂਰ ਆਪਣੇ ਲੈਵਲ ਤੇ ਕਰਨ। ਮੌਕੇ ਤੇ ਲਿਆ ਗਿਆ ਫੈਸਲਾ ਜਿਹੜਾ ਸੀਗਾ, ਤੁਸੀਂ ਤੁਹਾਨੂੰ ਇਹ ਵੀ ਹੋਇਆ ਹੋਊਗਾ, ਫੀਲ ਵੀ ਹੋਇਆ ਹੋਏਗਾ ਕਿ ਮੈਂ ਇੰਨੀ ਦੂਰੋਂ ਇੱਥੇ ਐਗਜ਼ਾਮ ਦੇਣ ਲਈ ਆਈ ਸੀ, ਕੁਝ ਹੋਪ ਲੈ ਕੇ ਗਏ ਸੀ ਤੁਸੀਂ, ਕੁਝ ਹੈ ਨਾ, ਉਹਦੇ ਵਿੱਚ ਉਸ ਲਈ ਕੀ ਵਾਹਿਗੁਰੂ ਨੂੰ ਯਾਦ ਕੀਤਾ ਗਿਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਮਨ ਚ ਸਿਚੁਏਸ਼ਨ ਸੀ ਹੋਵੇਗਾ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਉਹਦੇ ਸਪੋਰਟ ਤੋਂ, ਵਾਹਿਗੁਰੂ ਗੁਰੂ ਮਹਾਰਾਜ ਦੇ ਹਨਾ, ਉਸ ਤੋਂ ਮੈਂ ਲੈ ਸਕਦੀ ਸੀ। ਮੈਂ ਉਸ ਤੋਂ ਬੋਲ ਨਹੀਂ ਸਕਦੀ, ਉਹ ਪ੍ਰੋਟੈਸਟ ਮੈਂ ਉਸ ਤੋਂ ਬਿਨਾਂ ਕਰ ਨਹੀਂ ਸੀ ਸਕਦੀ। ਸੋ ਜੋ ਹੋਇਆ, ਮੈਂ ਪਰਸਨਲੀ ਕਹਾਂ ਕਿ ਮੈਂ ਕੀਤਾ ਆ ਜਾਂ ਮੇਰੇ ਚ ਉਨੀ ਸਟਰੈਂਥ ਹੈ, ਉਹ ਮੈਂ ਨਹੀਂ ਕਹਾਂਗੀ। ਜੋ ਹੋਇਆ ਉਹ ਮਹਾਰਾਜ ਦੇ ਹੁਕਮ ਚ ਉਹਨਾਂ ਨੇ ਕਰਵਾਇਆ ਆ। ਸੋ ਉਹ ਚੀਜ਼ ਦਾ ਜੋ ਹੁਣ ਆਉਣ ਵਾਲਾ ਜੋ ਰਿਜ਼ਲਟ ਹੈ, ਮੈਨੂੰ ਉਸ ਤੇ ਹੈ ਕਿ ਵੀ ਇਸ ਚੀਜ਼ ਦਾ ਕੋਈ ਸੋਲੂਸ਼ਨ ਆਂਦਾ ਹੈ ਤਾਂ ਉਹ ਬਹੁਤ ਵਧੀਆ ਹੋਏਗਾ ਬੱਚਿਆਂ ਦੇ ਲਈ। ਮੈਨੂੰ ਉਸ ਟਾਈਮ ਮੈਂ ਕਹਾਂ ਕਿ ਮੈਂ ਪੇਪਰ ਨਹੀਂ ਦਿੱਤਾ, ਓਬਵੀਅਸ ਹੈ, ਇੰਨੀ ਦੂਰ ਤੋਂ ਟਰੈਵਲ ਕਰਕੇ ਉੱਥੇ ਜਾਣਾ, ਸਭ ਕੁਝ ਕਰਨਾ, तो बाहर खड़े होना, वो भी सिर्फ बिना पेरेंट्स तो इन्नी दूर जाके तो हैंडल करना होया सीगा थोड़ा। बट मैनू उस चीज़ का कोई अफसोस नहीं है कि मैं गलत नहीं किया कुछ। मैं ककार तो मना किया है कि मैं उतार के नहीं जावांगी, वो मेरा सही फैसला सीगा। श्री गुरुद्वारा प्रबंधक कमेटी ਵੱਲੋਂ ਵੀ ਤੁਹਾਡੇ ਨਾਲ ਰਾਬਤਾ ਕੀਤਾ ਗਿਆ, ਵੱਖ-ਵੱਖ ਸਿੱਖ ਜਥੇਬੰਦੀਆਂ ਤੁਹਾਡੇ ਨਾਲ ਪਹੁੰਚ ਕਰ ਰਹੀਆਂ, ਸਨਮਾਨ ਕਰ ਰਹੀਆਂ ਵਾ, ਔਰ ਅੱਗੇ ਜਿਹੜਾ ਕਿ ਲੀਗਲ ਐਕਸ਼ਨ ਹੈ ਕੋਈ, ਉਹਦੇ ਬਾਰੇ ਵੀ ਵਿਚਾਰ ਕੀਤਾ ਤੁਸੀਂ? हाँ जी, ऑब्वियस है कि इस चीज़ का जो सोल्यूशन है, जिवें भी होया लीगली जाके उस चीज़ का सोल्यूशन लेके आना पएगा। जे नहीं आएगा तो नैक्सट ईयर फिर चीज़ होएगी गवर्नमेंट तक, चाहे जिवें भी है, मिनिस्ट्री, होम मिनिस्ट्री होए, चाहे माइनॉरिटी कमीशन है, सिख जथेबंदियां तक अप्रोच करना है, जो मैनू कर रहे ने। हर एक चीज़ का कंबाइंड एफर्ट मैं इस टाइम चाहनी हाँ कि इस चीज़ से जो होवे ते इस चीज़ का सोल्यूशन आवे, एंड वो ट्राई भी करांगी मैं अपने वालों। ਇਹ ਅੱਗੇ ਤੋਂ ਇਹ ਚੀਜ਼ ਨਾ ਹੋਵੇ, ਇਸ ਸੰਬੰਧੀ ਕੀ ਸਰਕਾਰ ਨੂੰ, ਗਵਰਨਮੈਂਟ ਨੂੰ ਜਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਆ, ਉਹਨਾਂ ਨੂੰ ਵੀ ਕੋਈ ਇਹੋ ਜਿਹਾ ਕਰਨਾ ਚਾਹੀਦਾ, ਪ੍ਰਾਵਧਾਨ ਲਿਆਉਣਾ ਚਾਹੀਦਾ ਕਿ ਜਿਹੜਾ ਕਦੀ ਵੀ ਕਿਸੇ ਵਿਦਿਆਰਥੀ ਨੂੰ ਜਾਂ ਸਿੱਖ ਦਾ ਵਿਦਿਆਰਥੀ ਪੇਪਰ ਦੇਣ ਜਾਂਦਾ ਜਾਂ ਕਿਸੇ ਵੀ ਐਂਟਰੈਂਸ ਕਰਦਾ, ਉੱਥੇ ਉਹਨੂੰ ਐਵੇਂ ਦਾ ਸਾਹਮਣਾ ਨਾ ਕਰਨਾ ਪਵੇ? ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? हाँ जी, बिल्कुल, इत्थे सानू क्लैरिटी चाहिदी है, हर एक बच्चे ਲਈ क्लैरिटी चाहिदी है, एंड एक गवर्नमेंट ਦੀ रिस्पॉन्सिबिलिटी है। ਤੁਸੀਂ ਇਸ ਰਿਗਾਰਡਿੰਗ ਸਾਰੀਆਂ ਹੀ ਸਟੇਟਸ ਨੂੰ ਇੱਕ ਯੂਨੀਫਾਰਮ ਗਾਈਡਲਾਈਨਸ ਦੇ ਦਿਓ ਕਿ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਲਈ ਐਗਜ਼ਾਮ 'ਚ ਅਪੀਅਰ ਹੋਣ ਦੇ ਲਈ ਕੀ ਗਾਈਡਲਾਈਨਸ ਹੋਣਗੀਆਂ, ਤਾਂ ਕਿ ਬੱਚੇ ਉਹ ਫੋਲੋ ਕਰਕੇ ਐਗਜ਼ਾਮ ਦੇ ਪਾਣ। ਸੋ ਬਾਕੀ ਇਹਦੇ ਲਈ ਐਫਰਟ ਜੋ ਐਸਜੀਪੀਸੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ, ਐਂਡ ਉਹਨਾਂ ਨੂੰ ਕਰਨਾ ਪਏਗਾ। ਸੋ ਜਥੇਬੰਦੀਆਂ ਦਾ ਇਸ ਟਾਈਮ ਦੇਖਣਾ ਪਏਗਾ ਕਿ ਉਹ ਇਸ ਚੀਜ਼ ਨੂੰ, ਇਸ ਦਾ ਹੱਲ ਕਰਵਾਉਣ 'ਚ ਸਫਲ ਹੋ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਐਂਡ ਗਵਰਨਮੈਂਟ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਸਿੱਖਿਆ ਬੱਚਿਆਂ ਨੂੰ ਗਾਈਡਲਾਈਨਸ ਤਾਂ ਦੇਣ ਐਟਲੀਸਟ। ਇੱਕ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਅੱਗੇ ਜਿਹੜੇ ਆਮ ਜਿਹੜੇ ਸਿੱਖ ਪਰਿਵਾਰ ਨਾਲ ਸੰਬੰਧਿਤ ਤੁਹਾਡੇ ਵਰਗੇ ਜਿਹੜੇ ਹੋਰ ਸਾਥੀ ਨੇ, ਵਿਦਿਆਰਥੀ ਨੇ ਜਿਹੜੇ ਆ, ਉਹਨਾਂ ਨੂੰ ਤੁਸੀਂ ਕੀ ਨਸੀਹਤ ਦੇਣਾ ਚਾਹੁੰਦੇ, ਕੀ ਅਪੀਲ ਕਰਨਾ ਚਾਹੁੰਦੇ ਆਪ ਬੀਤੀ ਨੂੰ ਲੈ ਕੇ? ਦੇਖੋ, ਮੇਰਾ ਜੋ ਡਿਸੀਜ਼ਨ ਸੀਗਾ, ਮੈਂ ਕੁਝ ਪਲਾਨ ਨਹੀਂ ਹੁੰਦਾ, ਐਂਡ ਔਨ ਦਾ ਮੂਮੈਂਟ ਜੋ ਮੈਂ ਡਿਸੀਜ਼ਨ ਲਿਆ ਮੇਰਾ ਠੀਕ ਸੀਗਾ। ਮੈਂ ਆਪਣੇ ਜੋ ਇਮੋਸ਼ਨਸ ਐਂਡ ਜੋ ਸਹੀ ਸੀਗਾ, ਮੈਂ ਉਹ ਡਿਸੀਜ਼ਨ ਲਿਆ। ਤੇ ਹਰ ਬੱਚੇ ਨੂੰ ਮੈਂ ਇਹੀ ਕਹਾਂਗੀ, ਆਈ ਨੋ ਕਿ ਬੱਚਿਆਂ ਦੀ ਸਿਚੁਏਸ਼ਨ ਸੇਮ ਨਹੀਂ ਹੁੰਦੀ, ਕੁਛ ਨੇ ਕਕਾਰ ਉਤਾਰ ਕੇ ਪੇਪਰ ਦਿੱਤਾ ਹੈ ਕਿਉਂਕਿ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ, ਘਰ ਦੀ ਸਿਚੁਏਸ਼ਨ ਨਹੀਂ ਹੁੰਦੀ, ਬਹੁਤ ਚੀਜ਼ਾਂ ਜਿਹੜੀਆਂ ਉਹ ਕਾਊਂਟ ਕਰਦੀਆਂ ਨੇ, ਬੱਚੇ ਡਿਸੀਜ਼ਨ ਲੈਂਦੇ ਨੇ। ਮੈਂ ਉਹਨਾਂ ਦੇ ਲਈ ਇਹੀ ਕਹਾਂਗੀ, ਐਟਲੀਸਟ ਇਸ ਚੀਜ਼ 'ਚ ਸਪੋਰਟ ਕਰੋ ਤਾਂ ਕਿ ਤੁਹਾਨੂੰ ਵੀ ਸਫਰ ਨਾ ਕਰਨਾ ਪਵੇ,
ਐਂਡ ਬਾਕੀ ਜਿਹੜੇ ਸਟੈਂਡ ਲੈ ਰਹੇ ਨੇ ਜਾਂ ਜਿਹੜੇ ਸਫਰ ਕਰ ਚੁੱਕੇ ਨੇ, ਅੱਗੇ ਜਿਨ੍ਹਾਂ ਨੇ ਆਣਾ ਹੈ, ਸਭ ਦੇ ਲਈ ਇੱਕ ਸੋਲੂਸ਼ਨ ਆ ਸਕੇ। ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਸ ਚੀਜ਼ ਨੂੰ ਐਟਲੀਸਟ ਤੁਸੀਂ ਸਪੋਰਟ ਕਰੋ, ਕਿਉਂਕਿ ਇਹ ਜੈਨੂਇਨ ਚੀਜ਼ ਹੈ। ਬੱਚਿਆਂ ਨੂੰ ਕੁਝ ਨਾ ਕੁਝ ਸੋਲੂਸ਼ਨ ਗਾਈਡਲਾਈਨਸ ਮਿਲ ਜਾਣ ਬਸ। ਲਾ ਦੀ ਸਟੱਡੀ ਤੁਸੀਂ ਕਿੱਥੋਂ ਕੀਤੀ ਸੀ ਔਰ ਘਰ ਵਿੱਚ ਕੌਣ-ਕੌਣ ਹੈ, ਕਿਸ ਤਰ੍ਹਾਂ ਉਹਨੂੰ ਜਾਣਕਾਰੀ ਦਿਓ। ਘਰ ਵਿੱਚ ਸਾਡੀ ਜੁਆਇੰਟ ਫੈਮਿਲੀ ਹੈ ਐਂਡ ਮੈਂ ਗ੍ਰੈਜੂਏਸ਼ਨ ਜੋ ਹੈ ਲਾਅ ਡਿਗਰੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੇਨ ਕੈਂਪਸ ਤੋਂ ਹੋਈ ਹੈ। ਔਰ ਫੈਮਿਲੀ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ ਹੈ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਵੀ? ਫੈਮਿਲੀ ਦੀ ਸਪੋਰਟ, ਚਲੋ ਡਿਸੀਜਨ ਜਦ ਗਲਤ ਨਹੀਂ ਹੈ ਮੇਰਾ, ਸੋ ਉਸ ਚੀਜ਼ ਤੇ ਸਪੋਰਟ ਘਰ ਦੇ ਮੈਂਬਰ ਸਭ ਕਰ ਰਹੇ ਨੇ, ਫੈਮਿਲੀ ਕਰ ਰਹੀ ਹੈ। ਹਰ ਇੱਕ ਜਥੇਬੰਦੀ, ਹਰ ਇੱਕ ਪਰਸਨ ਮੈਨੂੰ ਬਹੁਤ ਪਿਆਰ ਮਾਣ ਦੇ ਰਿਹਾ ਆ ਐਂਡ ਮੈਨੂੰ ਪਤਾ ਹੈ ਕਿ ਸ਼ਾਇਦ ਇਹ ਮੇਰਾ ਨਹੀਂ ਹੈ, ਮੈਂ ਇਸ ਚੀਜ਼ ਨੂੰ ਨਹੀਂ ਮੰਨ ਰਹੀ ਕਿ ਮੈਂ ਕੁਝ ਕੀਤਾ ਆ, ਬਟ ਚਲੋ ਗੁਰੂ ਮਹਾਰਾਜ ਨੇ ਹੁਕਮ ਜਿਵੇਂ ਵੀ ਸੀ ਉਹ ਜੋ ਉਹਨਾਂ ਦਾ ਪਲਾਨ ਸੀ ਉਹ ਸਭ ਚੱਲ ਰਿਹਾ ਹੈ। ਬਸ ਮੈਨੂੰ ਇਹ ਹੈ ਕਿ ਇਸ ਤੋਂ ਬਾਅਦ ਇਸ ਦਾ ਸੋਲੂਸ਼ਨ ਆਵੇ ਬਸ। ਗੁਰਪ੍ਰੀਤ ਕੌਰ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਵੀ ਇਹ ਸਿਚੁਏਸ਼ਨ ਸੀਗੀ, ਇਹ ਫੈਸਲਾ ਮੈਂ ਖੁਦ ਨਹੀਂ ਲਿਆ, ਇਹ ਜਿਹੜਾ ਕਿ ਵਾਹਿਗੁਰੂ ਦੇ ਕਹਿਣ ਅਨੁਸਾਰ ਜੋ ਵੀ ਹੋਇਆ ਉਸਲੇ ਮੌਕੇ ਦੀ ਸਿਚੁਏਸ਼ਨ ਲੈ ਕੇ ਹੋਇਆ ਹੈ ਔਰ ਭਵਿੱਖ ਵਿੱਚ ਅਜਿਹਾ ਕਦੇ ਵੀ ਕਿਸੇ ਨਾਲ ਨਾ ਹੋਵੇ। ਇਸ ਸੰਬੰਧੀ ਸਰਕਾਰਾਂ SGPC ਨੂੰ ਇਸ ਸੰਬੰਧੀ ਵਿਸ਼ੇਸ਼ ਤੌਰ ਪਰ ਧਿਆਨ ਦੇਣਾ ਚਾਹੀਦਾ ਹੈ। ਰਮਨ ਚਾਵਲਾ, ਜਗਬਾਣੀ TV, ਤਰਨਤਾਰਨ। ਤੇ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਸਕਦੀ, ਉਤਾਰ ਕੇ ਅੰਦਰ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ ਉਸ ਟਾਈਮ, ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ, ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੀ ਆਲਟਰਨੇਟਿਵ, ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ। ਰਾਜਸਥਾਨ ਵਿਖੇ ਜੁਡੀਸ਼ਰੀ ਲਈ ਐਂਟਰੈਂਸ ਵਾਸਤੇ ਐਗਜ਼ਾਮ ਦੇਣ ਪੁੱਜੇ ਜ਼ਿਲ੍ਹਾ ਤਰਨਤਾਰਨ ਦੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਿਹੜੀ ਧੀ ਹੈ ਗੁਰਪ੍ਰੀਤ ਕੌਰ, ਉਸ ਨੂੰ ਉਸ ਮੌਕੇ ਤੇ ਐਗਜ਼ਾਮ ਦੇਣ ਤੋਂ ਪਹਿਲਾਂ ਜਿਹੜੇ ਕਕਾਰ ਹਨ ਉਸ ਨੂੰ ਉਤਾਰਨ ਲਈ ਦਬਾਅ ਬਣਾਇਆ ਗਿਆ, ਲੇਕਿਨ ਉਹਨਾਂ ਵੱਲੋਂ ਇਸ ਕਕਾਰਾਂ ਨੂੰ ਉਤਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜਿਸ ਦੇ ਚੱਲਦਿਆਂ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਮਨਾ ਕਰ ਦਿੱਤਾ ਗਿਆ। ਅੱਜ ਅਸੀਂ ਗੁਰਪ੍ਰੀਤ ਕੌਰ ਦੇ ਘਰ ਮੌਜੂਦ ਹਾਂ ਔਰ ਉਹਨਾਂ ਨਾਲ ਹੀ ਖਾਸ ਗੱਲ ਕਰਾਂਗੇ ਕੀ ਪੋਜੀਸ਼ਨ ਸੀ ਉਸ ਵੇਲੇ, ਉਹਨਾਂ ਵੱਲੋਂ ਲਿਆ ਗਿਆ ਫੈਸਲਾ ਕਿਸ ਤਰ੍ਹਾਂ ਸੀ ਔਰ ਕਿਵੇਂ ਦੀ ਸਿਚੁਏਸ਼ਨ ਸੀ। ਗੁਰਪ੍ਰੀਤ ਕੌਰ ਜੀ, ਕੀ ਹੋਇਆ ਉਸ ਵੇਲੇ, ਕਿਸ ਤਰ੍ਹਾਂ ਤੁਸੀਂ ਇਹ ਸਭ ਉਸ ਲਈ ਐਗਜ਼ਾਮ ਦੇਣ ਲੱਗੇ, ਜਿਹੜਾ ਤੁਹਾਨੂੰ ਦਬਾਅ ਬਣਾਇਆ ਗਿਆ, ਕਗਾਰ ਉਤਾਰਨ ਲਈ ਕਿਹਾ ਗਿਆ, ਤੁਸੀਂ ਇਹਨੂੰ ਫੈਸਲਾ ਲਿਆ ਕਿ ਮੈਂ ਨਹੀਂ ਉਤਾਰਨਾ, ਕੀ ਕਹਿਣਾ ਚਾਹੁੰਦੇ ਇਸ ਵਿੱਚ? ਸੋ ਜਿਵੇਂ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ ਐਂਡ ਮੈਨੂੰ ਸੀਗਾ ਆਬਵੀਅਸ ਹੈ ਇੱਕ ਸਿੱਖ ਦੇ 5 ਕਕਾਰ ਉਹਦੇ ਲਈ ਬਾਡੀ ਪਾਰਟ ਨੇ, ਉਹਦੇ ਲਈ ਕਿੰਨਾ ਜ਼ਰੂਰੀ ਨੇ। ਸਿੱਖ ਨਹੀਂ, ਮੇਰੇ ਖਿਆਲ ਨਾਲ ਹਰ ਪਰਸਨ ਜਾਣਦਾ ਹੈ ਕਿ ਸਿੱਖ ਦੇ 5 ਕਕਾਰ ਉਹਦੀ ਆਇਡੈਂਟੀਟੀ ਦਾ ਪਾਰਟ ਨੇ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਉਤਾਰ ਨਹੀਂ ਸਕਦੀ, ਉਤਾਰ ਕੇ ਅੰਦਰ ਨਹੀਂ ਜਾਣਾ ਮੈਂ ਪੇਪਰ ਦੇਣ। ਸੋ ਉਹੀ ਚੀਜ਼ ਮੈਂ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ ਉਸ ਟਾਈਮ, ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ, ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਇਹ ਪਹਿਲੀ ਵਾਰ ਤੁਸੀਂ ਐਗਜ਼ਾਮ ਦੇਣ ਗਏ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਚੁੱਕੇ ਐਗਜ਼ਾਮ ਕੋਈ? ਪਹਿਲੇ, ਇਸ ਤੋਂ ਪਹਿਲੇ ਹਰਿਆਣਾ ਜੁਡੀਸ਼ਰੀ ਦਾ ਐਗਜ਼ਾਮ ਸੀਗਾ, ਉਹ ਮੈਂ ਅਪੀਅਰ ਕੀਤਾ ਸੀਗਾ ਐਂਡ ਹੁਣ ਰਾਜਸਥਾਨ ਫਸਟ ਅਟੈਂਪਟ ਸੀਗਾ। ਰਾਜਸਥਾਨ ਮੈਂ ਪਹਿਲੀ ਵਾਰ ਐਗਜ਼ਾਮ ਦੇਣ ਗਈ ਸੀਗੀ ਜੁਡੀਸ਼ਰੀ ਦਾ।
ਕੀ ਉਸ ਵੇਲੇ ਵੀ ਐਵੇਂ ਦੀ ਕੋਈ ਸਿਚੁਏਸ਼ਨ ਸਾਹਮਣੇ ਆਈ, ਪੇਸ਼ ਹੋਈ? ਨਹੀਂ, ਹਰਿਆਣਾ ਜੁਡੀਸ਼ਰੀ ਵੇਲੇ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਸੀਗੀ ਐਂਡ ਮੇਰੇ ਖਿਆਲ ਨਾਲ ਮੋਸਟ ਆਫ ਦ ਐਗਜ਼ਾਮਸ 'ਚ ਨਹੀਂ ਵੀ ਆਉਂਦੀ, ਬਟ ਰਾਜਸਥਾਨ 'ਚ ਲਾਸਟ ਈਅਰ ਵੀ ਆਈ ਸੀ, ਇਸ ਸਾਲ ਵੀ ਸੇਮ ਸਿਚੁਏਸ਼ਨ ਹੈ। ਤਾਂ ਹਰਿਆਣਾ 'ਚੋਂ ਉਹਦੇ 'ਚ ਗਾਈਡਲਾਈਨਸ ਸੀਗੀਆਂ ਕਿ ਬੱਚਾ ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲੇ ਅੰਮ੍ਰਿਤਧਾਰੀ ਜਿਹੜਾ ਬੱਚਾ ਹੈ ਰਿਪੋਰਟ ਕਰੇ ਐਂਡ ਉਹਦੀ ਇੰਸਪੈਕਸ਼ਨ ਕਿਵੇਂ ਹੋਏਗੀ, ਟੇਪਿੰਗ ਕੀਤੀ ਗਈ। ਸੋ ਉਹ ਸਭ ਪ੍ਰੀਕਾਸ਼ਨਸ ਉਹਨਾਂ ਨੇ ਲਏ, ਉਹ ਜੋ ਇੰਸਪੈਕਸ਼ਨ ਸੀਗੀ ਉਹ ਕੀਤੀ ਗਈ ਐਂਡ ਬਟ ਮੈਨੂੰ ਐਗਜ਼ਾਮ ਦੇਣ ਦਿੱਤਾ ਗਿਆ। ਸੋ ਮੈਂ ਉਹ ਕਲੀਅਰ ਕੀਤਾ ਸੀਗਾ, ਉਹ ਮੈਂ ਐਗਜ਼ਾਮ ਦਿੱਤਾ ਸੀਗਾ, ਬਟ ਇਸ ਵਾਰ ਕੋਈ ਅਲਟਰਨੇਟਿਵ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਰਾਜਸਥਾਨ ਜਿਹੜਾ ਤੁਸੀਂ ਐਗਜ਼ਾਮ ਦੇਣ ਪੁੱਜੇ ਸੀ, ਉੱਥੇ ਕੀ ਇਹਦੇ ਵਿੱਚ ਕੋਈ ਗਾਈਡਲਾਈਨਸ ਵਗੈਰਾ ਪਹਿਲਾਂ ਸ਼ੋ ਨਹੀਂ ਕੀਤੀਆਂ ਗਈਆਂ ਸੀ ਉਹਦੇ ਵਿੱਚ, ਇਸ ਕਕਾਰਾਂ ਸੰਬੰਧੀ ਜਾਂ ਹੋਰ? ਕਕਾਰਾਂ ਸੰਬੰਧੀ ਸਪੈਸੀਫਿਕ ਗਾਈਡਲਾਈਨ ਤਾਂ ਕੋਈ ਵੀ ਨਹੀਂ ਸੀਗੀ। ਤਾਂ ਅੰਮ੍ਰਿਤਧਾਰੀ ਸਿੱਖ ਦੇ ਕਕਾਰ ਅਗਰ ਕੁਝ ਤੁਸੀਂ ਉਹਦੇ ਤੇ ਗਾਈਡਲਾਈਨਸ ਕਰਨੀ ਹੈ ਤਾਂ ਉਹਨੂੰ ਸਪੈਸੀਫਿਕ ਮੈਂਸ਼ਨ ਕਰਨਾ ਚਾਹੀਦਾ ਸੀ, ਨਾਟ ਜਸਟ ਕਿ ਤੁਸੀਂ ਇਹ ਕਹਿ ਦਿਓ ਕਿ ਸ਼ਾਰਪ ਆਬਜੈਕਟ ਹੈ ਤਾਂ ਤੁਸੀਂ ਡਿਨਾਈ ਕਰ ਰਹੇ ਹੋ। ਰਬਰ ਬੈਂਡ, ਸ਼ਾਰਪ ਆਬਜੈਕਟ, ਰਿੰਗਸ, ਜੁਐਲਰੀ, ਉਹ ਇੱਕ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਤੋਂ ਡਿਫਰੈਂਟ ਹੈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ, ਜੋ ਇੰਨੀ ਦੂਰ ਦੂਰ ਤੋਂ ਪ੍ਰੈਪਰੇਸ਼ਨ ਕਰਕੇ ਉੱਥੇ ਤੁਹਾਡੇ ਕੋਲ ਐਗਜ਼ਾਮ ਦੇਣ, ਉਹ ਫੀਸ ਫਿਲ ਕਰ ਆਪਣਾ ਫਾਰਮ ਫਿਲ ਕੀਤਾ ਹੈ, ਫੀਸ ਪੇ ਕੀਤੀ ਹੈ, ਟਰੈਵਲ ਕਰਕੇ ਪ੍ਰੈਪਰੇਸ਼ਨ ਕਰਕੇ ਉੱਥੇ ਪਹੁੰਚ ਰਿਹਾ ਆ, ਤੁਸੀਂ ਉਹਨੂੰ ਐਗਜ਼ਾਮ ਦੇ ਬਾਹਰ ਬਿਨਾਂ ਆਲਟਰਨੇਟਿਵ ਦਿੱਤੇ, ਬਿਨਾਂ ਗਾਈਡਲਾਈਨ ਦਿੱਤੇ ਹੈਰਾਸ ਕਰਕੇ ਬਾਹਰ ਨਹੀਂ ਖੜੇ ਕਰ ਸਕਦੇ। ਕੀ ਮਹਿਸੂਸ ਕਰਦੇ ਜੇ ਉਸ ਵੇਲੇ ਸਟੇਸ਼ਨ ਨੂੰ ਜਦੋਂ ਤੁਸੀਂ ਫੈਸਲਾ ਲਿਆ, ਅੱਗੇ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਸੀ ਇਹਦੇ ਵਿੱਚ? ਸੋ ਫੈਸਲਾ ਮੈਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਮੀਡੀਆ 'ਚ ਆਏਗਾ, ਐਡਾ ਵੱਡਾ ਫੈਸਲਾ ਹੈ ਨਹੀਂ ਹੈ, ਬਟ ਪਰਸਨਲੀ ਮੇਰਾ ਉਸ ਟਾਈਮ ਇਹੀ ਫੈਸਲਾ ਸੀਗਾ ਕਿ ਮੈਂ ਕਕਾਰ ਉਤਾਰ ਕੇ ਨਹੀਂ ਜਾਣਾ। ਸੋ ਉਹ ਮੇਰਾ ਉਸ ਟਾਈਮ ਜੋ ਫੈਸਲਾ ਸੀਗਾ, ਮੈਂ ਉੱਤੇ ਖੜੀ ਸੀਗੀ। ਬਾਕੀ ਜੋ ਉਸ ਟਾਈਮ ਜਿਵੇਂ ਵੀ ਕੰਟੈਕਟ ਜੋ ਕੀਤਾ ਗਿਆ, ਜਥੇਬੰਦੀਆਂ ਨਾਲ ਕੰਟੈਕਟ ਹੋਇਆ, ਐਸਜੀਪੀਸੀ ਨਾਲ ਕੰਟੈਕਟ ਹੋਇਆ, ਕੁਝ ਐਡਵੋਕੇਟਸ ਨਾਲ ਹੋਇਆ, ਸੋ ਉਹਦੇ ਥਰੂ ਉਹ ਚੀਜ਼ ਜਿਹੜੀ ਆ ਹਾਈਲਾਈਟ ਹੋਈ ਹੈ, ਮੀਡੀਆ ਦੇ ਥਰੂ ਹਾਈਲਾਈਟ ਹੋਈ ਹੈ, ਜੈਨੂਇਨ ਮੁੱਦਾ ਜੋ ਉਹ ਉੱਠਿਆ ਹੈਗਾ ਆ। ਸੋ ਮੈਂ ਮੀਡੀਆ ਨੂੰ, ਜਥੇਬੰਦੀਆਂ ਨੂੰ, ਹਰ ਇੱਕ ਪਰਸਨ ਨੂੰ ਜੋ ਐਡਵੋਕੇਟਸ ਨੇ, ਜੋ ਐਜ਼ ਅ ਹਿਊਮਨ ਜਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ, ਸੋ ਇਸ ਰਾਈਟ ਦੀ ਬੱਚਿਆਂ ਦੇ ਰਾਈਟ ਦੀ ਕਕਾਰਾਂ ਨੂੰ ਲੈ ਕੇ ਉਹ ਜਿਹੜਾ ਆ ਕੋਈ ਸੋਲੂਸ਼ਨ ਇਸ ਤੇ ਜੋ ਐਫਰਟ ਕਰ ਸਕਦੇ ਨੇ, ਜਿਵੇਂ ਵੀ ਹੈਲਪ ਕਰ ਸਕਦੇ ਨੇ, ਉਹ ਜ਼ਰੂਰ ਆਪਣੇ ਲੈਵਲ ਤੇ ਕਰਨ। ਮੌਕੇ ਤੇ ਲਿਆ ਗਿਆ ਫੈਸਲਾ ਜਿਹੜਾ ਸੀਗਾ, ਤੁਸੀਂ ਤੁਹਾਨੂੰ ਇਹ ਵੀ ਹੋਇਆ ਹੋਊਗਾ, ਫੀਲ ਵੀ ਹੋਇਆ ਹੋਏਗਾ ਕਿ ਮੈਂ ਇੰਨੀ ਦੂਰੋਂ ਇੱਥੇ ਐਗਜ਼ਾਮ ਦੇਣ ਲਈ ਆਈ ਸੀ, ਕੁਝ ਹੋਪ ਲੈ ਕੇ ਗਏ ਸੀ ਤੁਸੀਂ ਕੁਝ, ਹੈ ਨਾ? ਉਹਦੇ ਵਿੱਚ ਉਸ ਲਈ ਕੀ ਵਾਹਿਗੁਰੂ ਨੂੰ ਯਾਦ ਕੀਤਾ ਗਿਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਮਨ 'ਚ ਸਿਚੁਏਸ਼ਨ ਸੀ ਹੋਵੇਗਾ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਉਹਦੇ ਸਪੋਰਟ ਤੋਂ, ਵਾਹਿਗੁਰੂ, ਗੁਰੂ ਮਹਾਰਾਜ ਦੇ, ਹੈ ਨਾ, ਉਸ ਤੋਂ ਮੈਂ ਲੈ ਸਕਦੀ ਸੀ। ਮੈਂ ਉਸ ਤੋਂ ਬੋਲ ਨਹੀਂ ਸਕਦੀ, ਉਹ ਪ੍ਰੋਟੈਸਟ ਮੈਂ ਉਸ ਤੋਂ ਬਿਨਾਂ ਕਰ ਨਹੀਂ ਸੀ ਸਕਦੀ। ਸੋ ਜੋ ਹੋਇਆ, ਮੈਂ ਪਰਸਨਲੀ ਕਹਾਂ ਕਿ ਮੈਂ ਕੀਤਾ ਆ ਜਾਂ ਮੇਰੇ 'ਚ ਉਨੀ ਸਟਰੈਂਥ ਹੈ, ਉਹ ਮੈਂ ਨਹੀਂ ਕਹਾਂਗੀ। ਜੋ ਹੋਇਆ ਉਹ ਮਹਾਰਾਜ ਦੇ ਹੁਕਮ 'ਚ ਉਹਨਾਂ ਨੇ ਕਰਵਾਇਆ ਆ। ਸੋ ਉਹ ਚੀਜ਼ ਦਾ ਜੋ ਹੁਣ ਆਉਣ ਵਾਲਾ ਜੋ ਰਿਜ਼ਲਟ ਹੈ, ਮੈਨੂੰ ਉਸ ਤੇ ਹੈ ਕਿ ਵੀ ਇਸ ਚੀਜ਼ ਦਾ ਕੋਈ ਸੋਲੂਸ਼ਨ ਆਉਂਦਾ ਹੈ ਤਾਂ ਉਹ ਬਹੁਤ ਵਧੀਆ ਹੋਏਗਾ ਬੱਚਿਆਂ ਦੇ ਲਈ। ਮੈਨੂੰ ਉਸ ਟਾਈਮ ਮੈਂ ਕਹਾਂ ਕਿ ਮੈਂ ਪੇਪਰ ਨਹੀਂ ਦਿੱਤਾ, ਓਬਵੀਅਸ ਹੈ, ਇੰਨੀ ਦੂਰ ਤੋਂ ਟਰੈਵਲ ਕਰਕੇ ਉੱਥੇ ਜਾਣਾ, ਸਭ ਕੁਝ ਕਰਨਾ, ਤੋਂ ਬਾਹਰ ਖੜੇ ਹੋਣਾ, ਉਹ ਵੀ ਸਿਰਫ ਬਿਨਾਂ ਪੇਰੈਂਟਸ ਤੋਂ ਇੰਨੀ ਦੂਰ ਜਾ ਕੇ, ਤੋਂ ਹੈਂਡਲ ਕਰਨਾ ਹੋਇਆ ਸੀਗਾ ਥੋੜਾ, ਬਟ ਮੈਨੂੰ ਉਸ ਚੀਜ਼ ਦਾ ਕੋਈ ਅਫਸੋਸ ਨਹੀਂ ਹੈ ਕਿ ਮੈਂ ਗਲਤ ਨਹੀਂ ਕੀਤਾ ਕੁਝ। ਮੈਂ ਕਕਾਰ ਤੋਂ ਮਨਾ ਕੀਤਾ ਹੈ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ, ਉਹ ਮੇਰਾ ਸਹੀ ਫੈਸਲਾ ਸੀਗਾ। ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੁਹਾਡੇ ਨਾਲ ਰਾਬਤਾ ਕੀਤਾ ਗਿਆ, ਵੱਖ-ਵੱਖ ਸਿੱਖ ਜਥੇਬੰਦੀਆਂ ਤੁਹਾਡੇ ਨਾਲ ਪਹੁੰਚ ਕਰ ਰਹੀਆਂ, ਸਨਮਾਨਿਤ ਕਰ ਰਹੀਆਂ ਵਾ, ਔਰ ਅੱਗੇ ਜਿਹੜਾ ਕਿ ਲੀਗਲ ਐਕਸ਼ਨ ਹੈ ਕੋਈ, ਉਹਦੇ ਬਾਰੇ ਵੀ ਵਿਚਾਰ ਕੀਤਾ ਤੁਸੀਂ? ਹਾਂਜੀ, ਓਬਵੀਅਸ ਹੈ ਕਿ ਇਸ ਚੀਜ਼ ਦਾ ਜੋ ਸੋਲੂਸ਼ਨ ਹੈ, ਜਿਵੇਂ ਵੀ ਹੋਇਆ ਲੀਗਲੀ ਜਾ ਕੇ ਉਸ ਚੀਜ਼ ਦਾ ਸੋਲੂਸ਼ਨ ਲੈ ਕੇ ਆਉਣਾ ਪਏਗਾ। ਜੇ ਨਹੀਂ ਆਏਗਾ ਤਾਂ ਨੈਕਸਟ ਈਅਰ ਫਿਰ ਚੀਜ਼ ਹੋਏਗੀ। ਗਵਰਨਮੈਂਟ ਤੱਕ, ਚਾਹੇ ਜਿਵੇਂ ਵੀ ਹੈ, ਮਿਨਿਸਟਰੀ, ਹੋਮ ਮਿਨਿਸਟਰੀ ਹੋਏ, ਚਾਹੇ ਮਾਈਨੋਰਿਟੀ ਕਮਿਸ਼ਨ ਹੈ, ਸਿੱਖ ਜਥੇਬੰਦੀਆਂ ਤੱਕ ਅਪਰੋਚ ਕਰਨਾ ਹੈ ਜਾਂ ਉਹ ਮੈਨੂੰ ਕਰ ਰਹੇ ਨੇ, ਹਰ ਇੱਕ ਚੀਜ਼ ਦਾ ਕੰਬਾਈਨਡ ਐਫਰਟ ਮੈਂ ਇਸ ਟਾਈਮ ਚਾਹੁੰਦੀ ਹਾਂ ਕਿ ਇਸ ਚੀਜ਼ ਤੇ ਜੋ ਹੋਵੇ ਤੇ ਇਸ ਚੀਜ਼ ਦਾ ਸੋਲੂਸ਼ਨ ਆਵੇ, ਐਂਡ ਉਹ ਟਰਾਈ ਵੀ ਕਰਾਂਗੀ ਮੈਂ ਆਪਣੇ ਵੱਲੋਂ। ਇਹ ਅੱਗੇ ਤੋਂ ਇਹ ਚੀਜ਼ ਨਾ ਹੋਵੇ, ਇਸ ਸੰਬੰਧੀ ਕੀ ਸਰਕਾਰ ਨੂੰ, ਗਵਰਨਮੈਂਟ ਨੂੰ ਜਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਹੈ, ਉਹਨਾਂ ਨੂੰ ਵੀ ਕੋਈ ਇਹੋ ਜਿਹਾ ਕਰਨਾ ਚਾਹੀਦਾ, ਪ੍ਰਾਵਧਾਨ ਲਿਆਉਣਾ ਚਾਹੀਦਾ ਕਿ ਜਿਹੜਾ ਕਦੀ ਵੀ ਕਿਸੇ ਵਿਦਿਆਰਥੀ ਨੂੰ ਜਾਂ ਸਿੱਖ ਦਾ ਵਿਦਿਆਰਥੀ ਪੇਪਰ ਦੇਣ ਜਾਂਦਾ ਜਾਂ ਕਿਸੇ ਵੀ ਐਂਟਰੈਂਸ ਕਰਦਾ, ਉੱਥੇ ਉਹਨੂੰ ਐਵੇਂ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? ਹਾਂਜੀ, ਬਿਲਕੁਲ, ਇਹ ਤੇ ਸਾਨੂੰ ਕਲੈਰਿਟੀ ਚਾਹੀਦੀ ਹੈ, ਹਰ ਇੱਕ ਬੱਚੇ ਲਈ ਕਲੈਰਿਟੀ ਚਾਹੀਦੀ ਹੈ, ਐਂਡ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ। ਤੁਸੀਂ ਇਸ ਰਿਗਾਰਡਿੰਗ ਸਾਰੀਆਂ ਹੀ ਸਟੇਟਸ ਨੂੰ ਇੱਕ ਯੂਨੀਫਾਰਮ ਗਾਈਡਲਾਈਨਸ ਦੇ ਦਿਓ
ਕਿ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਲਈ ਐਗਜ਼ਾਮ 'ਚ ਅਪੀਅਰ ਹੋਣ ਦੇ ਲਈ ਕੀ ਗਾਈਡਲਾਈਨਸ ਹੋਣਗੀਆਂ, ਤਾਂ ਕਿ ਬੱਚੇ ਉਹ ਫੋਲੋ ਕਰਕੇ ਐਗਜ਼ਾਮ ਦੇ ਪਾਣ। ਸੋ ਬਾਕੀ ਇਹਦੇ ਲਈ ਐਫਰਟ ਜੋ SGPC ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਐਂਡ ਉਹਨਾਂ ਨੂੰ ਕਰਨਾ ਪਏਗਾ। ਸੋ ਜਥੇਬੰਦੀਆਂ ਦਾ ਇਸ ਟਾਈਮ ਦੇਖਣਾ ਪਏਗਾ ਕਿ ਉਹ ਇਸ ਚੀਜ਼ ਨੂੰ, ਇਸ ਦਾ ਹੱਲ ਕਰਵਾਉਣ 'ਚ ਸਫਲ ਹੋ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਐਂਡ ਗਵਰਨਮੈਂਟ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਸਿੱਖਿਆ ਬੱਚਿਆਂ ਨੂੰ ਗਾਈਡਲਾਈਨਸ ਤਾਂ ਦੇਣ ਐਟਲੀਸਟ। ਇੱਕ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਅੱਗੇ ਜਿਹੜੇ ਆਮ ਜਿਹੜੇ ਸਿੱਖ ਪਰਿਵਾਰ ਨਾਲ ਸੰਬੰਧਿਤ ਤੁਹਾਡੇ ਵਰਗੇ ਜਿਹੜੇ ਹੋਰ ਸਾਥੀ ਨੇ, ਵਿਦਿਆਰਥੀ ਨੇ ਜਿਹੜੇ ਆ, ਉਹਨਾਂ ਨੂੰ ਤੁਸੀਂ ਕੀ ਨਸੀਹਤ ਦੇਣਾ ਚਾਹੁੰਦੇ, ਕੀ ਅਪੀਲ ਕਰਨਾ ਚਾਹੁੰਦੇ ਆਪ ਬੀਤੀ ਨੂੰ ਲੈ ਕੇ? ਦੇਖੋ, ਮੇਰਾ ਜੋ ਡਿਸੀਜਨ ਸੀਗਾ, ਮੈਂ ਕੁਝ ਪਲਾਨ ਨਹੀਂ ਹੁੰਦਾ ਐਂਡ ਔਨ ਦਾ ਮੂਮੈਂਟ ਜੋ ਮੈਂ ਡਿਸੀਜਨ ਲਿਆ ਮੇਰਾ ਠੀਕ ਸੀਗਾ। ਮੈਂ ਆਪਣੇ ਜੋ ਇਮੋਸ਼ਨਸ ਐਂਡ ਜੋ ਸਹੀ ਸੀਗਾ ਮੈਂ ਉਹ ਡਿਸੀਜਨ ਲਿਆ। ਤੇ ਹਰ ਬੱਚੇ ਨੂੰ ਮੈਂ ਇਹੀ ਕਹਾਂਗੀ, ਆਈ ਨੋ ਕਿ ਬੱਚਿਆਂ ਦੀ ਸਿਚੁਏਸ਼ਨ ਸੇਮ ਨਹੀਂ ਹੁੰਦੀ, ਕੁਛ ਨੇ ਕਕਾਰ ਉਤਾਰ ਕੇ ਪੇਪਰ ਦਿੱਤਾ ਹੈ ਕਿਉਂਕਿ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ, ਘਰ ਦੀ ਸਿਚੁਏਸ਼ਨ ਨਹੀਂ ਹੁੰਦੀ, ਬਹੁਤ ਚੀਜ਼ਾਂ ਜਿਹੜੀਆਂ ਇਹ ਕਾਊਂਟ ਕਰਦੀਆਂ ਨੇ ਐਂਡ ਬੱਚੇ ਡਿਸੀਜਨ ਲੈਂਦੇ ਨੇ। ਮੈਂ ਉਹਨਾਂ ਦੇ ਲਈ ਇਹੀ ਕਹਾਂਗੀ, ਐਟਲੀਸਟ ਇਸ ਚੀਜ਼ 'ਚ ਸਪੋਰਟ ਕਰੋ ਤਾਂ ਕਿ ਤੁਹਾਨੂੰ ਵੀ ਸਫਰ ਨਾ ਕਰਨਾ ਪਵੇ। ਐਂਡ ਬਾਕੀ ਜਿਹੜੇ ਸਟੈਂਡ ਲੈ ਰਹੇ ਨੇ ਜਾਂ ਜਿਹੜੇ ਸਫਰ ਕਰ ਚੁੱਕੇ ਨੇ, ਅੱਗੇ ਜਿਨ੍ਹਾਂ ਨੇ ਆਉਣਾ ਹੈ, ਸਭ ਦੇ ਲਈ ਇੱਕ ਸੋਲੂਸ਼ਨ ਆ ਸਕੇ। ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਸ ਚੀਜ਼ ਨੂੰ ਐਟਲੀਸਟ ਤੁਸੀਂ ਸਪੋਰਟ ਕਰੋ, ਕਿਉਂਕਿ ਇਹ ਜੈਨੂਇਨ ਚੀਜ਼ ਹੈ, ਬੱਚਿਆਂ ਨੂੰ ਕੁਝ ਨਾ ਕੁਝ ਸੋਲੂਸ਼ਨ ਗਾਈਡਲਾਈਨਸ ਮਿਲ ਜਾਣ ਬਸ। ਲਾ ਦੀ ਸਟੱਡੀ ਤੁਸੀਂ ਕਿੱਥੋਂ ਕੀਤੀ ਸੀ ਔਰ ਘਰ ਵਿੱਚ ਕੌਣ ਕੌਣ ਹੈ, ਕਿਸ ਤਰ੍ਹਾਂ ਉਹਨੂੰ ਜਾਣਕਾਰੀ ਦਿਓ। ਘਰ ਵਿੱਚ ਸਾਡੀ ਜੁਆਇੰਟ ਫੈਮਿਲੀ ਹੈ ਐਂਡ ਮੈਂ ਗ੍ਰੈਜੂਏਸ਼ਨ ਜੋ ਹੈ ਲਾਅ ਡਿਗਰੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੇਨ ਕੈਂਪਸ ਤੋਂ ਹੋਈ ਹੈ। ਔਰ ਫੈਮਿਲੀ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ ਹੈ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਵੀ? ਫੈਮਿਲੀ ਦੀ ਸਪੋਰਟ, ਚਲੋ ਡਿਸੀਜਨ ਜਦ ਗਲਤ ਨਹੀਂ ਹੈ ਮੇਰਾ, ਸੋ ਉਸ ਚੀਜ਼ ਤੇ ਸਪੋਰਟ ਘਰ ਦੇ ਮੈਂਬਰ ਸਭ ਕਰ ਰਹੇ ਨੇ, ਫੈਮਿਲੀ ਕਰ ਰਹੀ ਹੈ, ਹਰ ਇੱਕ ਜਥੇਬੰਦੀ, ਹਰ ਇੱਕ ਪਰਸਨ ਮੈਨੂੰ ਬਹੁਤ ਪਿਆਰ ਮਾਣ ਦੇ ਰਿਹਾ ਆ। ਐਂਡ ਮੈਨੂੰ ਪਤਾ ਹੈ ਕਿ ਸ਼ਾਇਦ ਇਹ ਮੇਰਾ ਨਹੀਂ ਹੈ, ਮੈਂ ਇਸ ਚੀਜ਼ ਨੂੰ ਨਹੀਂ ਮੰਨ ਰਹੀ ਕਿ ਮੈਂ ਕੁਝ ਕੀਤਾ ਆ, ਬਟ ਚਲੋ ਗੁਰੂ ਮਹਾਰਾਜ ਨੇ ਹੁਕਮ ਜਿਵੇਂ ਵੀ ਸੀ, ਉਹ ਜੋ ਉਹਨਾਂ ਦਾ ਪਲਾਨ ਸੀ ਉਹ ਸਭ ਚੱਲ ਰਿਹਾ ਹੈ। ਬਸ ਮੈਨੂੰ ਇਹ ਹੈ ਕਿ ਇਸ ਤੋਂ ਬਾਅਦ ਇਸ ਦਾ ਸੋਲੂਸ਼ਨ ਆਵੇ ਬਸ। ਗੁਰਪ੍ਰੀਤ ਕੌਰ ਸਨ, ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਵੀ ਇਹ ਸਿਚੁਏਸ਼ਨ ਸੀਗੀ, ਇਹ ਫੈਸਲਾ ਮੈਂ ਖੁਦ ਨਹੀਂ ਲਿਆ, ਇਹ ਜਿਹੜਾ ਕਿ ਵਾਹਿਗੁਰੂ ਦੇ ਕਹਿਣ ਅਨੁਸਾਰ ਜੋ ਵੀ ਹੋਇਆ ਉਸ ਲਈ ਮੌਕੇ ਦੀ ਸਿਚੁਏਸ਼ਨ ਲੈ ਕੇ ਹੋਇਆ ਹੈ ਔਰ ਭਵਿੱਖ ਵਿੱਚ ਅਜਿਹਾ ਕਦੇ ਵੀ ਕਿਸੇ ਨਾਲ ਨਾ ਹੋਵੇ। ਇਸ ਸੰਬੰਧੀ ਸਰਕਾਰਾਂ, SGPC ਨੂੰ ਇਸ ਸੰਬੰਧੀ ਵਿਸ਼ੇਸ਼ ਤੌਰ ਪਰ ਧਿਆਨ ਦੇਣਾ ਚਾਹੀਦਾ ਹੈ। ਰਮਨ ਚਾਵਲਾ, ਜਗਬਾਣੀ TV, ਤਰਨਤਾਰਨ। ਤੇ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇੰਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ, ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਨਹੀਂ ਸਕਦੀ, ਉਤਾਰ ਕੇ ਅੰਦਰ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ, ਉਸ ਟਾਈਮ ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ, ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ, ਕੁਛ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ। ਰਾਜਸਥਾਨ ਵਿਖੇ ਜੁਡੀਸ਼ਰੀ ਲਈ ਐਂਟਰੈਂਸ ਵਾਸਤੇ ਐਗਜ਼ਾਮ ਦੇਣ ਪੁੱਜੇ ਜ਼ਿਲ੍ਹਾ ਤਰਨਤਾਰਨ ਦੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਿਹੜੀ ਧੀ ਹੈ ਗੁਰਪ੍ਰੀਤ ਕੌਰ, ਉਸ ਨੂੰ ਉਸ ਮੌਕੇ ਤੇ ਐਗਜ਼ਾਮ ਦੇਣ ਤੋਂ ਪਹਿਲਾਂ ਜਿਹੜੇ ਕਕਾਰ ਹਨ ਉਸ ਨੂੰ ਉਤਾਰਨ ਲਈ ਦਬਾਅ ਬਣਾਇਆ ਗਿਆ, ਲੇਕਿਨ ਉਹਨਾਂ ਵੱਲੋਂ ਇਸ ਕਕਾਰਾਂ ਨੂੰ ਉਤਾਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਜਿਸ ਦੇ ਚੱਲਦਿਆਂ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਮਨਾ ਕਰ ਦਿੱਤਾ ਗਿਆ। ਅੱਜ ਅਸੀਂ ਗੁਰਪ੍ਰੀਤ ਕੌਰ ਦੇ ਘਰ ਮੌਜੂਦ ਹਾਂ ਔਰ ਉਹਨਾਂ ਨਾਲ ਹੀ ਖਾਸ ਗੱਲ ਕਰਾਂਗੇ ਕੀ ਪੋਜੀਸ਼ਨ ਸੀ ਉਸ ਵੇਲੇ, ਉਹਨਾਂ ਵੱਲੋਂ ਲਿਆ ਗਿਆ ਫੈਸਲਾ ਕਿਸ ਤਰ੍ਹਾਂ ਸੀ ਔਰ ਕਿਵੇਂ ਦੀ ਸਿਚੁਏਸ਼ਨ ਸੀ। ਗੁਰਪ੍ਰੀਤ ਕੌਰ ਜੀ, ਕੀ ਹੋਇਆ ਉਸ ਵੇਲੇ, ਕਿਸ ਤਰ੍ਹਾਂ ਤੁਸੀਂ ਇਹ ਸਭ ਉਸ ਲਈ ਐਗਜ਼ਾਮ ਦੇਣ ਲੱਗੇ, ਜਿਹੜਾ ਤੁਹਾਨੂੰ ਦਬਾਅ ਬਣਾਇਆ ਗਿਆ, ਕਗਾਰ ਉਤਾਰਨ ਲਈ ਕਿਹਾ ਗਿਆ, ਤੁਸੀਂ ਇਹਨੂੰ ਫੈਸਲਾ ਲਿਆ ਕਿ ਮੈਂ ਨਹੀਂ ਉਤਾਰਨਾ, ਕੀ ਕਹਿਣਾ ਚਾਹੁੰਦੇ ਇਸ ਵਿੱਚ?
ਸੋ ਜਿਵੇਂ ਜੁਡੀਸ਼ਰੀ ਦੇ ਐਗਜ਼ਾਮ ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਐਂਡ ਮੈਨੂੰ ਸੀਗਾ ਆਬਵੀਅਸ ਹੈ ਇੱਕ ਸਿੱਖ ਦੇ 5 ਕਕਾਰ ਉਹਦੇ ਲਈ ਬਾਡੀ ਪਾਰਟ ਨੇ, ਉਹਦੇ ਲਈ ਕਿੰਨਾ ਜ਼ਰੂਰੀ ਨੇ। ਸਿੱਖ ਨਹੀਂ, ਮੇਰੇ ਖਿਆਲ ਨਾਲ ਹਰ ਪਰਸਨ ਜਾਣਦਾ ਹੈ ਕਿ ਸਿੱਖ ਦੇ 5 ਕਕਾਰ ਉਹਦੀ ਆਇਡੈਂਟੀਟੀ ਦਾ ਪਾਰਟ ਨੇ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਨਹੀਂ ਸਕਦੀ, ਉਤਾਰ ਕੇ ਅੰਦਰ ਨਹੀਂ ਜਾਣਾ ਮੈਂ ਪੇਪਰ ਦੇਣ। ਸੋ ਉਹੀ ਚੀਜ਼ ਮੈਂ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ ਉਸ ਟਾਈਮ, ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਇਹ ਪਹਿਲੀ ਵਾਰ ਤੁਸੀਂ ਐਗਜ਼ਾਮ ਦੇਣ ਗਏ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਚੁੱਕੇ ਐਗਜ਼ਾਮ ਕੋਈ? ਪਹਿਲੇ ਇਸ ਤੋਂ ਪਹਿਲੇ ਹਰਿਆਣਾ ਜੁਡੀਸ਼ਰੀ ਦਾ ਐਗਜ਼ਾਮ ਸੀਗਾ, ਉਹ ਮੈਂ ਅਪੀਅਰ ਕੀਤਾ ਸੀਗਾ। ਐਂਡ ਹੁਣ ਰਾਜਸਥਾਨ ਫਸਟ ਅਟੈਂਪਟ ਸੀਗਾ। ਰਾਜਸਥਾਨ ਮੈਂ ਪਹਿਲੀ ਵਾਰ ਐਗਜ਼ਾਮ ਦੇਣ ਗਈ ਸੀਗੀ ਜੁਡੀਸ਼ਰੀ ਦਾ। ਕੀ ਉਸ ਵੇਲੇ ਵੀ ਐਵੇਂ ਦੀ ਕੋਈ ਸਿਚੁਏਸ਼ਨ ਸਾਹਮਣੇ ਆਈ, ਪੇਸ਼ ਹੋਈ? ਨਹੀਂ, ਹਰਿਆਣਾ ਜੁਡੀਸ਼ਰੀ ਵੇਲੇ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਸੀਗੀ ਐਂਡ ਮੇਰੇ ਖਿਆਲ ਨਾਲ ਮੋਸਟ ਆਫ ਦ ਐਗਜ਼ਾਮਸ 'ਚ ਨਹੀਂ ਵੀ ਆਉਂਦੀ। ਬਟ ਰਾਜਸਥਾਨ 'ਚ ਲਾਸਟ ਈਅਰ ਵੀ ਆਈ ਸੀ, ਇਸ ਸਾਲ ਵੀ ਸੇਮ ਸਿਚੁਏਸ਼ਨ ਹੈ। ਤਾਂ ਹਰਿਆਣਾ 'ਚੋਂ ਉਹਦੇ 'ਚ ਗਾਈਡਲਾਈਨਸ ਸੀਗੀਆਂ ਕਿ ਬੱਚਾ ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲੇ ਅੰਮ੍ਰਿਤਧਾਰੀ ਜਿਹੜਾ ਬੱਚਾ ਹੈ ਰਿਪੋਰਟ ਕਰੇ ਐਂਡ ਉਹਦੀ ਇਨਸਪੈਕਸ਼ਨ ਕਿਵੇਂ ਹੋਏਗੀ, ਟੇਪਿੰਗ ਕੀਤੀ ਗਈ। ਸੋ ਉਹ ਸਭ ਪ੍ਰੀਕਾਸ਼ਨਸ ਉਹਨਾਂ ਨੇ ਲਏ, ਉਹ ਜੋ ਇਨਸਪੈਕਸ਼ਨ ਸੀਗੀ ਉਹ ਕੀਤੀ ਗਈ ਐਂਡ ਬਟ ਮੈਨੂੰ ਐਗਜ਼ਾਮ ਦੇਣ ਦਿੱਤਾ ਗਿਆ। ਸੋ ਮੈਂ ਉਹ ਕਲੀਅਰ ਕੀਤਾ ਸੀਗਾ, ਉਹ ਮੈਂ ਐਗਜ਼ਾਮ ਦਿੱਤਾ ਸੀਗਾ। ਬਟ ਇਸ ਵਾਰ ਕੋਈ ਆਲਟਰਨੇਟਿਵ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਰਾਜਸਥਾਨ ਜਿਹੜਾ ਤੁਸੀਂ ਐਗਜ਼ਾਮ ਦੇਣ ਪੁੱਜੇ ਸੀ, ਉੱਥੇ ਕੀ ਇਹਦੇ ਵਿੱਚ ਕੋਈ ਗਾਈਡਲਾਈਨਸ ਵਗੈਰਾ ਪਹਿਲਾਂ ਸ਼ੋ ਨਹੀਂ ਕੀਤੀਆਂ ਗਈਆਂ ਸੀ ਉਹਦੇ ਵਿੱਚ, ਇਸ ਕਕਾਰਾਂ ਸੰਬੰਧੀ ਜਾਂ ਹੋਰ? ਕਕਾਰਾਂ ਸੰਬੰਧੀ ਸਪੈਸੀਫਿਕ ਗਾਈਡਲਾਈਨ ਤਾਂ ਕੋਈ ਵੀ ਨਹੀਂ ਸੀਗੀ। ਤਾਂ ਅੰਮ੍ਰਿਤਧਾਰੀ ਸਿੱਖ ਦੇ ਕਕਾਰ ਅਗਰ ਕੁਝ ਤੁਸੀਂ ਉਹਦੇ ਤੇ ਗਾਈਡਲਾਈਨਸ ਕਰਨੀ ਹੈ ਤਾਂ ਉਹਨੂੰ ਸਪੈਸੀਫਿਕ ਮੈਂਸ਼ਨ ਕਰਨਾ ਚਾਹੀਦਾ ਸੀ, ਨਾਟ ਜਸਟ ਕਿ ਤੁਸੀਂ ਇਹ ਕਹਿ ਦਿਓ ਕਿ ਸ਼ਾਰਪ ਆਬਜੈਕਟ ਹੈ ਤਾਂ ਤੁਸੀਂ ਡਿਨਾਈ ਕਰ ਰਹੇ ਹੋ। ਰਬਰ ਬੈਂਡ, ਸ਼ਾਰਪ ਆਬਜੈਕਟ, ਰਿੰਗਸ, ਜੁਐਲਰੀ, ਉਹ ਇੱਕ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਤੋਂ ਡਿਫਰੈਂਟ ਹੈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ, ਜੋ ਇੰਨੀ ਦੂਰ ਦੂਰ ਤੋਂ ਪ੍ਰੈਪਰੇਸ਼ਨ ਕਰਕੇ ਉੱਥੇ ਤੁਹਾਡੇ ਕੋਲ ਐਗਜ਼ਾਮ ਦੇਣ, ਉਹ ਫੀਸ ਫਿਲ ਕਰ ਆਪਣਾ ਫਾਰਮ ਫਿਲ ਕੀਤਾ ਹੈ, ਫੀਸ ਪੇ ਕੀਤੀ ਹੈ, ਟਰੈਵਲ ਕਰਕੇ ਪ੍ਰੈਪਰੇਸ਼ਨ ਕਰਕੇ ਉੱਥੇ ਪਹੁੰਚ ਰਿਹਾ ਆ, ਤੁਸੀਂ ਉਹਨੂੰ ਐਗਜ਼ਾਮ ਦੇ ਬਾਹਰ ਬਿਨਾਂ ਆਲਟਰਨੇਟਿਵ ਦਿੱਤੇ, ਬਿਨਾਂ ਗਾਈਡਲਾਈਨ ਦਿੱਤੇ ਹੈਰਾਸ ਕਰਕੇ ਬਾਹਰ ਨਹੀਂ ਖੜੇ ਕਰ ਸਕਦੇ। ਕੀ ਮਹਿਸੂਸ ਕਰਦੇ ਜੇ ਉਸ ਵੇਲੇ ਸਟੇਸ਼ਨ ਨੂੰ ਜਦੋਂ ਤੁਸੀਂ ਫੈਸਲਾ ਲਿਆ, ਅੱਗੇ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਹੋਣਾ ਚਾਹੀਦਾ ਸੀ ਇਹਦੇ ਵਿੱਚ? ਸੋ ਫੈਸਲਾ ਮੈਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਮੀਡੀਆ 'ਚ ਆਏਗਾ, ਐਡਾ ਵੱਡਾ ਫੈਸਲਾ ਹੈ ਨਹੀਂ ਹੈ। ਬਟ ਪਰਸਨਲੀ ਮੇਰਾ ਉਸ ਟਾਈਮ ਇਹੀ ਫੈਸਲਾ ਸੀਗਾ ਕਿ ਮੈਂ ਕਕਾਰ ਉਤਾਰ ਕੇ ਨਹੀਂ ਜਾਣਾ। ਸੋ ਉਹ ਮੇਰਾ ਉਸ ਟਾਈਮ ਜੋ ਫੈਸਲਾ ਸੀਗਾ, ਮੈਂ ਉੱਤੇ ਖੜੀ ਸੀਗੀ। ਬਾਕੀ ਜੋ ਉਸ ਟਾਈਮ ਜਿਵੇਂ ਵੀ ਕੰਟੈਕਟ ਜੋ ਕੀਤਾ ਗਿਆ, ਜਥੇਬੰਦੀਆਂ ਨਾਲ ਕੰਟੈਕਟ ਹੋਇਆ, SGPC ਨਾਲ ਕੰਟੈਕਟ ਹੋਇਆ, ਕੁਝ ਐਡਵੋਕੇਟਸ ਨਾਲ ਹੋਇਆ। ਸੋ ਉਹਦੇ ਥਰੂ ਉਹ ਚੀਜ਼ ਜਿਹੜੀ ਆ ਹਾਈਲਾਈਟ ਹੋਈ ਹੈ, ਮੀਡੀਆ ਦੇ ਥਰੂ ਹਾਈਲਾਈਟ ਹੋਈ ਹੈ, ਜੈਨੂਇਨ ਮੁੱਦਾ ਜੋ ਉਹ ਉੱਠਿਆ ਹੈਗਾ ਆ। ਸੋ ਮੈਂ ਮੀਡੀਆ ਨੂੰ, ਜਥੇਬੰਦੀਆਂ ਨੂੰ, ਹਰ ਇੱਕ ਪਰਸਨ ਨੂੰ ਜੋ ਐਡਵੋਕੇਟਸ ਨੇ, ਜੋ ਐਜ਼ ਅ ਹਿਊਮਨ ਜਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ, ਸੋ ਇਸ ਰਾਈਟ ਦੀ, ਬੱਚਿਆਂ ਦੇ ਰਾਈਟ ਦੀ, ਕਕਾਰਾਂ ਨੂੰ ਲੈ ਕੇ ਉਹ ਜਿਹੜਾ ਆ ਕੋਈ ਸੋਲੂਸ਼ਨ ਇਸ ਤੇ ਜੋ ਐਫਰਟ ਕਰ ਸਕਦੇ ਨੇ, ਜਿਵੇਂ ਵੀ ਹੈਲਪ ਕਰ ਸਕਦੇ ਨੇ, ਉਹ ਜ਼ਰੂਰ ਆਪਣੇ ਲੈਵਲ ਤੇ ਕਰਨ। ਮੌਕੇ ਤੇ ਲਿਆ ਗਿਆ ਫੈਸਲਾ ਜਿਹੜਾ ਸੀਗਾ, ਤੁਸੀਂ ਤੁਹਾਨੂੰ ਇਹ ਵੀ ਹੋਇਆ ਹੋਊਗਾ, ਫੀਲ ਵੀ ਹੋਇਆ ਹੋਏਗਾ ਕਿ ਮੈਂ ਇੰਨੀ ਦੂਰੋਂ ਇੱਥੇ ਐਗਜ਼ਾਮ ਦੇਣ ਲਈ ਆਈ ਸੀ, ਕੁਝ ਹੋਪ ਲੈ ਕੇ ਗਏ ਸੀ ਤੁਸੀਂ, ਕੁਝ ਹੈ ਨਾ, ਉਹਦੇ ਵਿੱਚ ਉਸ ਲਈ ਕੀ ਵਾਹਿਗੁਰੂ ਨੂੰ ਯਾਦ ਕੀਤਾ ਗਿਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਮਨ ਚ ਸਿਚੁਏਸ਼ਨ ਸੀ ਉਹਦੇ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਉਹਦੇ ਸਪੋਰਟ ਤੋਂ, ਵਾਹਿਗੁਰੂ ਗੁਰੂ ਮਹਾਰਾਜ ਦੇ ਹੈ ਨਾ, ਉਸ ਤੋਂ ਮੈਂ ਲੈ ਸਕਦੀ ਸੀ। ਮੈਂ ਉਸ ਤੋਂ ਬੋਲ ਨਹੀਂ ਸਕਦੀ, ਉਹ ਪ੍ਰੋਟੈਸਟ ਮੈਂ ਉਸ ਤੋਂ ਬਿਨਾਂ ਕਰ ਨਹੀਂ ਸੀ ਸਕਦੀ। ਸੋ ਜੋ ਹੋਇਆ, ਮੈਂ ਪਰਸਨਲੀ ਕਹਾਂ ਕਿ ਮੈਂ ਕੀਤਾ ਆ ਜਾਂ ਮੇਰੇ ਚ ਉਨੀ ਸਟਰੈਂਥ ਹੈ, ਉਹ ਮੈਂ ਨਹੀਂ ਕਹਾਂਗੀ। ਜੋ ਹੋਇਆ ਉਹ ਮਹਾਰਾਜ ਦੇ ਹੁਕਮ ਚ ਉਹਨਾਂ ਨੇ ਕਰਵਾਇਆ ਆ। ਸੋ ਉਹ ਚੀਜ਼ ਦਾ ਜੋ ਹੁਣ ਆਉਣ ਵਾਲਾ ਜੋ ਰਿਜ਼ਲਟ ਹੈ, ਮੈਨੂੰ ਉਸ ਤੇ ਹੈ ਕਿ ਵੀ ਇਸ ਚੀਜ਼ ਦਾ ਕੋਈ ਸੋਲੂਸ਼ਨ ਆਂਦਾ ਹੈ ਤਾਂ ਉਹ ਬਹੁਤ ਵਧੀਆ ਹੋਏਗਾ ਬੱਚਿਆਂ ਦੇ ਲਈ। ਮੈਨੂੰ ਉਸ ਟਾਈਮ ਮੈਂ ਕਹਾਂ ਕਿ ਮੈਂ ਪੇਪਰ ਨਹੀਂ ਦਿੱਤਾ, ਓਬਵੀਅਸ ਹੈ ਇੰਨੀ ਦੂਰ ਤੋਂ ਟਰੈਵਲ ਕਰਕੇ ਉੱਥੇ ਜਾਣਾ, ਸਭ ਕੁਝ ਕਰਨਾ, तो बाहर खड़े होना, वो भी सिर्फ बिना पेरेंट्स तो इन्नी दूर जाके तो हैंडल करना होया सीगा थोड़ा। बट मैनू उस चीज़ का कोई अफसोस नहीं है कि मैं गलत नहीं किया कुछ, मैं ककार तो मना किया है कि मैं उतार के नहीं जावांगी, वो मेरा सही फैसला सीगा।
ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੁਹਾਡੇ ਨਾਲ ਰਾਬਤਾ ਕੀਤਾ ਗਿਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਤੁਹਾਡੇ ਨਾਲ ਪਹੁੰਚ ਕਰ ਰਹੀਆਂ, ਸਨਮਾਨਿਤ ਕਰ ਰਹੀਆਂ ਵਾ, ਔਰ ਅੱਗੇ ਜਿਹੜਾ ਕਿ ਲੀਗਲ ਐਕਸ਼ਨ ਹੈ ਕੋਈ, ਉਹਦੇ ਬਾਰੇ ਵੀ ਵਿਚਾਰ ਕੀਤਾ ਤੁਸੀਂ? ਹਾਂਜੀ, ਆਬਵੀਅਸ ਹੈ ਕਿ ਇਸ ਚੀਜ਼ ਦਾ ਜੋ ਸੋਲੂਸ਼ਨ ਹੈ, ਜਿਵੇਂ ਵੀ ਹੋਇਆ ਲੀਗਲੀ ਜਾ ਕੇ ਉਸ ਚੀਜ਼ ਦਾ ਸੋਲੂਸ਼ਨ ਲੈ ਕੇ ਆਉਣਾ ਪਏਗਾ। ਜੇ ਨਹੀਂ ਆਏਗਾ ਤਾਂ ਨੈਕਸਟ ਈਅਰ ਫਿਰ ਚੀਜ਼ ਹੋਏਗੀ। ਗਵਰਨਮੈਂਟ ਤੱਕ ਚਾਹੇ ਜਿਵੇਂ ਵੀ ਹੈ, ਮਿਨਿਸਟਰੀ, ਹੋਮ ਮਿਨਿਸਟਰੀ ਹੋਏ, ਚਾਹੇ ਮਾਈਨੋਰਿਟੀ ਕਮਿਸ਼ਨ ਹੈ, ਸਿੱਖ ਜਥੇਬੰਦੀਆਂ ਤੱਕ ਅਪਰੋਚ ਕਰਨਾ ਹੈ ਜਾਂ ਉਹ ਮੈਨੂੰ ਕਰ ਰਹੇ ਨੇ, ਹਰ ਇੱਕ ਚੀਜ਼ ਦਾ ਕੰਬਾਈਨਡ ਐਫਰਟ ਮੈਂ ਇਸ ਟਾਈਮ ਚਾਹੁੰਦੀ ਹਾਂ ਕਿ ਇਸ ਚੀਜ਼ ਤੇ ਜੋ ਹੋਵੇ ਤੇ ਇਸ ਚੀਜ਼ ਦਾ ਸੋਲੂਸ਼ਨ ਆਵੇ, ਐਂਡ ਉਹ ਟਰਾਈ ਵੀ ਕਰਾਂਗੀ ਮੈਂ ਆਪਣੇ ਵੱਲੋਂ। ਇਹ ਅੱਗੇ ਤੋਂ ਇਹ ਚੀਜ਼ ਨਾ ਹੋਵੇ, ਇਸ ਸੰਬੰਧੀ ਕੀ ਸਰਕਾਰ ਨੂੰ, ਗਵਰਨਮੈਂਟ ਨੂੰ ਜਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਆ, ਉਹਨਾਂ ਨੂੰ ਵੀ ਕੋਈ ਇਹੋ ਜਿਹਾ ਕਰਨਾ ਚਾਹੀਦਾ, ਪ੍ਰਾਵਧਾਨ ਲਿਆਉਣਾ ਚਾਹੀਦਾ ਕਿ ਜਿਹੜਾ ਕਦੀ ਵੀ ਕਿਸੇ ਵਿਦਿਆਰਥੀ ਨੂੰ ਜਾਂ ਸਿੱਖ ਦਾ ਵਿਦਿਆਰਥੀ ਪੇਪਰ ਦੇਣ ਜਾਂਦਾ ਜਾਂ ਕਿਸੇ ਵੀ ਐਂਟਰੈਂਸ ਕਰਦਾ, ਉੱਥੇ ਉਹਨੂੰ ਐਵੇਂ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? ਹਾਂਜੀ, ਬਿਲਕੁਲ, ਇਹ ਤੇ ਸਾਨੂੰ ਕਲੈਰਿਟੀ ਚਾਹੀਦੀ ਹੈ, ਹਰ ਇੱਕ ਬੱਚੇ ਲਈ ਕਲੈਰਿਟੀ ਚਾਹੀਦੀ ਹੈ, ਐਂਡ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ। ਤੁਸੀਂ ਇਸ ਰਿਗਾਰਡਿੰਗ ਸਾਰੀਆਂ ਹੀ ਸਟੇਟਸ ਨੂੰ ਇੱਕ ਯੂਨੀਫਾਰਮ ਗਾਈਡਲਾਈਨਸ ਦੇ ਦਿਓ ਕਿ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਲਈ ਐਗਜ਼ਾਮ 'ਚ ਅਪੀਅਰ ਹੋਣ ਦੇ ਲਈ ਕੀ ਗਾਈਡਲਾਈਨਸ ਹੋਣਗੀਆਂ, ਤਾਂ ਕਿ ਬੱਚੇ ਉਹ ਫੋਲੋ ਕਰਕੇ ਐਗਜ਼ਾਮ ਦੇ ਪਾਣ। ਸੋ ਬਾਕੀ ਇਹਦੇ ਲਈ ਐਫਰਟ ਜੋ ਐਸਜੀਪੀਸੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਐਂਡ ਉਹਨਾਂ ਨੂੰ ਕਰਨਾ ਪਏਗਾ। ਸੋ ਜਥੇਬੰਦੀਆਂ ਦਾ ਇਸ ਟਾਈਮ ਦੇਖਣਾ ਪਏਗਾ ਕਿ ਉਹ ਇਸ ਚੀਜ਼ ਨੂੰ, ਇਸ ਦਾ ਹੱਲ ਕਰਵਾਉਣ 'ਚ ਸਫਲ ਹੋ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਐਂਡ ਗਵਰਨਮੈਂਟ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਸਿੱਖਿਆ ਬੱਚਿਆਂ ਨੂੰ ਗਾਈਡਲਾਈਨਸ ਤਾਂ ਦੇਣ ਐਟਲੀਸਟ। ਇੱਕ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਅੱਗੇ ਜਿਹੜੇ ਆਮ ਜਿਹੜੇ ਸਿੱਖ ਪਰਿਵਾਰ ਨਾਲ ਸੰਬੰਧਿਤ ਤੁਹਾਡੇ ਵਰਗੇ ਜਿਹੜੇ ਹੋਰ ਸਾਥੀ ਨੇ, ਵਿਦਿਆਰਥੀ ਨੇ ਜਿਹੜੇ ਆ, ਉਹਨਾਂ ਨੂੰ ਤੁਸੀਂ ਕੀ ਨਸੀਹਤ ਦੇਣਾ ਚਾਹੁੰਦੇ, ਕੀ ਅਪੀਲ ਕਰਨਾ ਚਾਹੁੰਦੇ ਆਪ ਬੀਤੀ ਨੂੰ ਲੈ ਕੇ? ਦੇਖੋ, ਮੇਰਾ ਜੋ ਡਿਸੀਜਨ ਸੀਗਾ, ਮੈਂ ਕੁਝ ਪਲਾਨ ਨਹੀਂ ਹੁੰਦਾ, ਐਂਡ ਔਨ ਦਾ ਮੂਮੈਂਟ ਜੋ ਮੈਂ ਡਿਸੀਜਨ ਲਿਆ ਮੇਰਾ ਠੀਕ ਸੀਗਾ। ਮੈਂ ਆਪਣੇ ਜੋ ਇਮੋਸ਼ਨਸ ਐਂਡ ਜੋ ਸਹੀ ਸੀਗਾ, ਮੈਂ ਉਹ ਡਿਸੀਜਨ ਲਿਆ। ਤੇ ਹਰ ਬੱਚੇ ਨੂੰ ਮੈਂ ਇਹੀ ਕਹਾਂਗੀ, ਆਈ ਨੋ ਕਿ ਬੱਚਿਆਂ ਦੀ ਸਿਚੁਏਸ਼ਨ ਸੇਮ ਨਹੀਂ ਹੁੰਦੀ, ਕੁਛ ਨੇ ਕਕਾਰ ਉਤਾਰ ਕੇ ਪੇਪਰ ਦਿੱਤਾ ਹੈ ਕਿਉਂਕਿ ਪ੍ਰੈਪਰੇਸ਼ਨ ਕੀਤੀ ਹੁੰਦੀ ਹੈ, ਘਰ ਦੀ ਸਿਚੁਏਸ਼ਨ ਨਹੀਂ ਹੁੰਦੀ, ਬਹੁਤ ਚੀਜ਼ਾਂ ਜਿਹੜੀਆਂ ਕਾਊਂਟ ਕਰਦੀਆਂ ਨੇ ਐਂਡ ਬੱਚੇ ਡਿਸੀਜਨ ਲੈਂਦੇ ਨੇ। ਮੈਂ ਉਹਨਾਂ ਦੇ ਲਈ ਇਹੀ ਕਹਾਂਗੀ, ਐਟਲੀਸਟ ਇਸ ਚੀਜ਼ 'ਚ ਸਪੋਰਟ ਕਰੋ ਤਾਂ ਕਿ ਤੁਹਾਨੂੰ ਵੀ ਸਫਰ ਨਾ ਕਰਨਾ ਪਵੇ, ਐਂਡ ਬਾਕੀ ਜਿਹੜੇ ਸਟੈਂਡ ਲੈ ਰਹੇ ਨੇ ਜਾਂ ਜਿਹੜੇ ਸਫਰ ਕਰ ਚੁੱਕੇ ਨੇ, ਅੱਗੇ ਜਿਨ੍ਹਾਂ ਨੇ ਆਉਣਾ ਹੈ, ਸਭ ਦੇ ਲਈ ਇੱਕ ਸੋਲੂਸ਼ਨ ਆ ਸਕੇ। ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਸ ਚੀਜ਼ ਨੂੰ ਐਟਲੀਸਟ ਤੁਸੀਂ ਸਪੋਰਟ ਕਰੋ, ਕਿਉਂਕਿ ਇਹ ਜੈਨੂਇਨ ਚੀਜ਼ ਹੈ, ਬੱਚਿਆਂ ਨੂੰ ਕੁਝ ਨਾ ਕੁਝ ਸੋਲੂਸ਼ਨ ਗਾਈਡਲਾਈਨਸ ਮਿਲ ਜਾਣ ਬਸ। ਲਾ ਦੀ ਸਟੱਡੀ ਤੁਸੀਂ ਕਿੱਥੋਂ ਕੀਤੀ ਸੀ ਔਰ ਘਰ ਵਿੱਚ ਕੌਣ-ਕੌਣ ਹੈ, ਕਿਸ ਤਰ੍ਹਾਂ ਉਹਨੂੰ ਜਾਣਕਾਰੀ ਦਿਓ? ਘਰ ਵਿੱਚ ਸਾਡੀ ਜੁਆਇੰਟ ਫੈਮਿਲੀ ਹੈ, ਐਂਡ ਮੈਂ ਗ੍ਰੈਜੂਏਸ਼ਨ ਜੋ ਹੈ ਲਾਅ ਡਿਗਰੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੇਨ ਕੈਂਪਸ ਤੋਂ ਹੋਈ ਹੈ। ਔਰ ਫੈਮਿਲੀ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ ਹੈ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਵੀ? ਫੈਮਿਲੀ ਦੀ ਸਪੋਰਟ, ਚਲੋ ਡਿਸੀਜਨ ਜਦ ਗਲਤ ਨਹੀਂ ਹੈ ਮੇਰਾ, ਸੋ ਉਸ ਚੀਜ਼ ਤੇ ਸਪੋਰਟ ਘਰ ਦੇ ਮੈਂਬਰ ਸਭ ਕਰ ਰਹੇ ਨੇ, ਫੈਮਿਲੀ ਕਰ ਰਹੀ ਹੈ, ਹਰ ਇੱਕ ਜਥੇਬੰਦੀ, ਹਰ ਇੱਕ ਪਰਸਨ ਮੈਨੂੰ ਬਹੁਤ ਪਿਆਰ ਮਾਣ ਦੇ ਰਿਹਾ ਆ, ਐਂਡ ਮੈਨੂੰ ਪਤਾ ਹੈ ਕਿ ਸ਼ਾਇਦ ਇਹ ਮੇਰਾ ਨਹੀਂ ਹੈ, ਮੈਂ ਇਸ ਚੀਜ਼ ਨੂੰ ਨਹੀਂ ਮੰਨ ਰਹੀ ਕਿ ਮੈਂ ਕੁਝ ਕੀਤਾ ਆ, ਬਟ ਚਲੋ ਗੁਰੂ ਮਹਾਰਾਜ ਨੇ ਹੁਕਮ ਜਿਵੇਂ ਵੀ ਸੀ, ਉਹ ਜੋ ਉਹਨਾਂ ਦਾ ਪਲਾਨ ਸੀ ਉਹ ਸਭ ਚੱਲ ਰਿਹਾ ਹੈ। ਬਸ ਮੈਨੂੰ ਇਹ ਹੈ ਕਿ ਇਸ ਤੋਂ ਬਾਅਦ ਇਸ ਦਾ ਸੋਲੂਸ਼ਨ ਆਵੇ ਬਸ। ਗੁਰਪ੍ਰੀਤ ਕੌਰ ਸਨ, ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਵੀ ਇਹ ਸਿਚੁਏਸ਼ਨ ਸੀਗੀ, ਇਹ ਫੈਸਲਾ ਮੈਂ ਖੁਦ ਨਹੀਂ ਲਿਆ, ਇਹ ਜਿਹੜਾ ਕਿ ਵਾਹਿਗੁਰੂ ਦੇ ਕਹਿਣ ਅਨੁਸਾਰ ਜੋ ਵੀ ਹੋਇਆ ਉਸਲੇ ਮੌਕੇ ਦੀ ਸਿਚੁਏਸ਼ਨ ਲੈ ਕੇ ਹੋਇਆ ਹੈ, ਔਰ ਭਵਿੱਖ ਵਿੱਚ ਅਜਿਹਾ ਕਦੇ ਵੀ ਕਿਸੇ ਨਾਲ ਨਾ ਹੋਵੇ। ਇਸ ਸੰਬੰਧੀ ਸਰਕਾਰਾਂ, ਐਸਜੀਪੀਸੀ ਨੂੰ ਇਸ ਸੰਬੰਧੀ ਵਿਸ਼ੇਸ਼ ਤੌਰ ਪਰ ਧਿਆਨ ਦੇਣਾ ਚਾਹੀਦਾ ਹੈ। ਰਮਨ ਚਾਵਲਾ, ਜਗਬਾਣੀ ਟੀਵੀ, ਤਰਨਤਾਰਨ। ਤੇ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ, ਐਂਡ ਉੱਥੇ ਇੰਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ, ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਸਕਦੀ, ਉਤਾਰ ਕੇ ਅੰਦਰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ, ਉਸ ਟਾਈਮ ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ, ਸੋ ਮੈਨੂੰ ਬਾਹਰ ਹੀ ਖੜਨਾ ਪਿਆ। ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਸੋ
ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ। ਰਾਜਸਥਾਨ ਵਿਖੇ ਜੁਡੀਸ਼ਰੀ ਲਈ ਐਂਟਰੈਂਸ ਵਾਸਤੇ ਐਗਜ਼ਾਮ ਦੇਣ ਪੁੱਜੇ ਜ਼ਿਲ੍ਹਾ ਤਰਨਤਾਰਨ ਦੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਿਹੜੀ ਧੀ ਹੈ ਗੁਰਪ੍ਰੀਤ ਕੌਰ, ਉਸ ਨੂੰ ਉਸ ਮੌਕੇ ਤੇ ਐਗਜ਼ਾਮ ਦੇਣ ਤੋਂ ਪਹਿਲਾਂ ਜਿਹੜੇ ਕਕਾਰ ਹਨ ਉਸ ਨੂੰ ਉਤਾਰਨ ਲਈ ਦਬਾਅ ਬਣਾਇਆ ਗਿਆ, ਲੇਕਿਨ ਉਹਨਾਂ ਵੱਲੋਂ ਇਸ ਕਕਾਰਾਂ ਨੂੰ ਉਤਾਰਨ ਤੋਂ ਸਾਫ਼ ਇਨਕਾਰ ਦਿੱਤਾ ਗਿਆ, ਜਿਸ ਤੋਂ ਬਾਅਦ ਜਿਸ ਦੇ ਚੱਲਦਿਆਂ ਉਹਨਾਂ ਨੂੰ ਐਗਜ਼ਾਮ ਦੇਣ ਤੋਂ ਮਨਾ ਕਰ ਦਿੱਤਾ ਗਿਆ। ਅੱਜ ਅਸੀਂ ਗੁਰਪ੍ਰੀਤ ਕੌਰ ਦੇ ਘਰ ਮੌਜੂਦ ਹਾਂ ਔਰ ਉਹਨਾਂ ਨਾਲ ਹੀ ਖਾਸ ਗੱਲ ਕਰਾਂਗੇ ਕੀ ਪੋਜੀਸ਼ਨ ਸੀ ਉਸ ਵੇਲੇ, ਉਹਨਾਂ ਵੱਲੋਂ ਲਿਆ ਗਿਆ ਫੈਸਲਾ ਕਿਸ ਤਰ੍ਹਾਂ ਸੀ ਔਰ ਕਿਵੇਂ ਦੀ ਸਿਚੁਏਸ਼ਨ ਸੀ। ਗੁਰਪ੍ਰੀਤ ਕੌਰ ਜੀ, ਕੀ ਹੋਇਆ ਉਸ ਵੇਲੇ, ਕਿਸ ਤਰ੍ਹਾਂ ਤੁਸੀਂ ਇਹ ਸਭ ਉਸ ਲਈ ਐਗਜ਼ਾਮ ਦੇਣ ਲੱਗੇ, ਜਿਹੜਾ ਤੁਹਾਨੂੰ ਦਬਾਅ ਬਣਾਇਆ ਗਿਆ, ਕਗਾਰ ਉਤਾਰਨ ਲਈ ਕਿਹਾ ਗਿਆ, ਤੁਸੀਂ ਇਹਨੂੰ ਫੈਸਲਾ ਲਿਆ ਕਿ ਮੈਂ ਨਹੀਂ ਉਤਾਰਨਾ, ਕੀ ਕਹਿਣਾ ਚਾਹੁੰਦੇ ਇਸ ਵਿੱਚ? ਸੋ ਜਿਵੇਂ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਐਂਡ ਮੈਨੂੰ ਸੀਗਾ ਆਬਵੀਅਸ ਹੈ ਇੱਕ ਸਿੱਖ ਦੇ 5 ਕਕਾਰ ਉਹਦੇ ਲਈ ਬਾਡੀ ਪਾਰਟ ਨੇ, ਉਹਦੇ ਲਈ ਕਿੰਨਾ ਜ਼ਰੂਰੀ ਨੇ। ਸਿੱਖ ਨਹੀਂ, ਮੇਰੇ ਖਿਆਲ ਨਾਲ ਹਰ ਪਰਸਨ ਜਾਣਦਾ ਹੈ ਕਿ ਸਿੱਖ ਦੇ 5 ਕਕਾਰ ਉਹਦੀ ਆਇਡੈਂਟੀਟੀ ਦਾ ਪਾਰਟ ਨੇ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਸਕਦੀ, ਉਤਾਰ ਕੇ ਅੰਦਰ ਨਹੀਂ ਜਾਣਾ ਮੈਂ ਪੇਪਰ ਦੇਣ। ਸੋ ਉਹੀ ਚੀਜ਼ ਮੈਂ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ ਉਸ ਟਾਈਮ, ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਇਹ ਪਹਿਲੀ ਵਾਰ ਤੁਸੀਂ ਐਗਜ਼ਾਮ ਦੇਣ ਗਏ ਜਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਚੁੱਕੇ ਐਗਜ਼ਾਮ ਕੋਈ? ਪਹਿਲੇ, ਇਸ ਤੋਂ ਪਹਿਲੇ ਹਰਿਆਣਾ ਜੁਡੀਸ਼ਰੀ ਦਾ ਐਗਜ਼ਾਮ ਸੀਗਾ, ਉਹ ਮੈਂ ਅਪੀਅਰ ਕੀਤਾ ਸੀਗਾ ਐਂਡ ਹੁਣ ਰਾਜਸਥਾਨ ਫਸਟ ਅਟੈਂਪਟ ਸੀਗਾ। ਰਾਜਸਥਾਨ ਮੈਂ ਪਹਿਲੀ ਵਾਰ ਐਗਜ਼ਾਮ ਦੇਣ ਗਈ ਸੀਗੀ ਜੁਡੀਸ਼ਰੀ ਦਾ। ਕੀ ਉਸ ਵੇਲੇ ਵੀ ਐਵੇਂ ਦੀ ਕੋਈ ਸਿਚੁਏਸ਼ਨ ਸਾਹਮਣੇ ਆਈ, ਪੇਸ਼ ਹੋਈ? ਨਹੀਂ, ਹਰਿਆਣਾ ਜੁਡੀਸ਼ਰੀ ਵੇਲੇ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਸੀਗੀ ਐਂਡ ਮੇਰੇ ਖਿਆਲ ਨਾਲ ਮੋਸਟ ਆਫ ਦ ਐਗਜ਼ਾਮਸ 'ਚ ਨਹੀਂ ਵੀ ਆਉਂਦੀ, ਬਟ ਰਾਜਸਥਾਨ 'ਚ ਲਾਸਟ ਈਅਰ ਵੀ ਆਈ ਸੀ, ਇਸ ਸਾਲ ਵੀ ਸੇਮ ਸਿਚੁਏਸ਼ਨ ਹੈ। ਤਾਂ ਹਰਿਆਣਾ 'ਚੋਂ ਉਹਦੇ 'ਚ ਗਾਈਡਲਾਈਨਸ ਸੀਗੀਆਂ ਕਿ ਬੱਚਾ ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲੇ ਅੰਮ੍ਰਿਤਧਾਰੀ ਜਿਹੜਾ ਬੱਚਾ ਹੈ ਰਿਪੋਰਟ ਕਰੇ ਐਂਡ ਉਹਦੀ ਇਨਸਪੈਕਸ਼ਨ ਕਿਵੇਂ ਹੋਏਗੀ, ਟੇਪਿੰਗ ਕੀਤੀ ਗਈ। ਸੋ ਉਹ ਸਭ ਪ੍ਰੀਕਾਸ਼ਨਸ ਉਹਨਾਂ ਨੇ ਲਏ, ਉਹ ਜੋ ਇਨਸਪੈਕਸ਼ਨ ਸੀਗੀ ਉਹ ਕੀਤੀ ਗਈ ਐਂਡ ਬਟ ਮੈਨੂੰ ਐਗਜ਼ਾਮ ਦੇਣ ਦਿੱਤਾ ਗਿਆ। ਸੋ ਮੈਂ ਉਹ ਅਪੀਅਰ ਕੀਤਾ ਸੀਗਾ, ਉਹ ਮੈਂ ਐਗਜ਼ਾਮ ਦਿੱਤਾ ਸੀਗਾ, ਬਟ ਇਸ ਵਾਰ ਕੋਈ ਆਲਟਰਨੇਟਿਵ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਰਾਜਸਥਾਨ ਜਿਹੜਾ ਤੁਸੀਂ ਐਗਜ਼ਾਮ ਦੇਣ ਪੁੱਜੇ ਸੀ, ਉੱਥੇ ਕੀ ਇਹਦੇ ਵਿੱਚ ਕੋਈ ਗਾਈਡਲਾਈਨਸ ਵਗੈਰਾ ਪਹਿਲਾਂ ਸ਼ੋ ਨਹੀਂ ਕੀਤੀਆਂ ਗਈਆਂ ਸੀ ਉਹਦੇ ਵਿੱਚ, ਇਸ ਕਕਾਰਾਂ ਸੰਬੰਧੀ ਜਾਂ ਹੋਰ? ਕਕਾਰਾਂ ਸੰਬੰਧੀ ਸਪੈਸੀਫਿਕ ਗਾਈਡਲਾਈਨ ਤਾਂ ਕੋਈ ਵੀ ਨਹੀਂ ਸੀਗੀ। ਤਾਂ ਅੰਮ੍ਰਿਤਧਾਰੀ ਸਿੱਖ ਦੇ ਕਕਾਰ ਅਗਰ ਕੁਝ ਤੁਸੀਂ ਉਹਦੇ ਤੇ ਗਾਈਡਲਾਈਨਸ ਕਰਨੀ ਹੈ ਤਾਂ ਉਹਨੂੰ ਸਪੈਸੀਫਿਕ ਮੈਂਸ਼ਨ ਕਰਨਾ ਚਾਹੀਦਾ ਸੀ, ਨਾਟ ਜਸਟ ਕਿ ਤੁਸੀਂ ਇਹ ਕਹਿ ਦਿਓ ਕਿ ਸ਼ਾਰਪ ਆਬਜੈਕਟ ਹੈ ਤਾਂ ਤੁਸੀਂ ਡਿਨਾਈ ਕਰ ਰਹੇ ਹੋ। ਰਬਰ ਬੈਂਡ, ਸ਼ਾਰਪ ਆਬਜੈਕਟ, ਰਿੰਗਸ, ਜੁਐਲਰੀ, ਉਹ ਇੱਕ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਤੋਂ ਡਿਫਰੈਂਟ ਹੈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟਿਵ ਕੁਝ ਸੋਲੂਸ਼ਨ ਬੱਚਿਆਂ ਨੂੰ, ਨਾ ਕਿ ਬੱਚੇ ਨੂੰ ਸੈਂਟਰ ਦੇ ਬਾਹਰ ਤੁਸੀਂ ਖੜੇ ਕਰਕੇ ਉਹਨੂੰ ਡਿਨਾਈ ਕਰ ਦਿਓ ਕਿ ਤੁਸੀਂ ਅੰਦਰ ਹੀ ਨਹੀਂ ਜਾ ਸਕਦੇ, ਜੋ ਇੰਨੀ ਦੂਰ ਤੋਂ ਪ੍ਰੈਪਰੇਸ਼ਨ ਕਰਕੇ ਉੱਥੇ ਤੁਹਾਡੇ ਕੋਲ ਐਗਜ਼ਾਮ ਦੇਣ, ਉਹ ਫੀਸ ਫਿਲ ਕਰ ਆਪਣਾ ਫਾਰਮ ਫਿਲ ਕੀਤਾ ਹੈ, ਫੀਸ ਪੇ ਕੀਤੀ ਹੈ, ਟਰੈਵਲ ਕਰਕੇ ਪ੍ਰੈਪਰੇਸ਼ਨ ਕਰਕੇ ਉੱਥੇ ਪਹੁੰਚ ਰਿਹਾ ਆ, ਤੁਸੀਂ ਉਹਨੂੰ ਐਗਜ਼ਾਮ ਦੇ ਬਾਹਰ ਬਿਨਾਂ ਆਲਟਰਨੇਟਿਵ ਦਿੱਤੇ, ਬਿਨਾਂ ਗਾਈਡਲਾਈਨ ਦਿੱਤੇ ਹੈਰਾਸ ਕਰਕੇ ਬਾਹਰ ਨਹੀਂ ਖੜੇ ਕਰ ਸਕਦੇ। ਕੀ ਮਹਿਸੂਸ ਕਰਦੇ ਜੇ ਉਸ ਵੇਲੇ ਸਟੇਸ਼ਨ ਨੂੰ ਜਦੋਂ ਤੁਸੀਂ ਫੈਸਲਾ ਲਿਆ, ਅੱਗੇ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਸੀ ਇਹਦੇ ਵਿੱਚ? ਸੋ ਫੈਸਲਾ ਮੈਨੂੰ ਨਹੀਂ ਪਤਾ ਸੀਗਾ ਕਿ ਕਿਵੇਂ ਮੀਡੀਆ 'ਚ ਆਏਗਾ, ਐਡਾ ਵੱਡਾ ਫੈਸਲਾ ਹੈ ਨਹੀਂ ਹੈ, ਬਟ ਪਰਸਨਲੀ ਮੇਰਾ ਉਸ ਟਾਈਮ ਇਹੀ ਫੈਸਲਾ ਸੀਗਾ ਕਿ ਮੈਂ ਕਕਾਰ ਉਤਾਰ ਕੇ ਨਹੀਂ ਜਾਣਾ। ਸੋ ਉਹ ਮੇਰਾ ਉਸ ਟਾਈਮ ਜੋ ਫੈਸਲਾ ਸੀਗਾ, ਮੈਂ ਉੱਤੇ ਖੜੀ ਸੀਗੀ। ਬਾਕੀ ਜੋ ਉਸ ਟਾਈਮ ਜਿਵੇਂ ਵੀ ਕੰਟੈਕਟ ਜੋ ਕੀਤਾ ਗਿਆ, ਜਥੇਬੰਦੀਆਂ ਨਾਲ ਕੰਟੈਕਟ ਹੋਇਆ, SGPC ਨਾਲ ਕੰਟੈਕਟ ਹੋਇਆ, ਕੁਝ ਐਡਵੋਕੇਟਸ ਨਾਲ ਹੋਇਆ, ਸੋ ਉਹਦੇ ਥਰੂ ਉਹ ਚੀਜ਼ ਜਿਹੜੀ ਆ ਹਾਈਲਾਈਟ ਹੋਈ ਹੈ, ਮੀਡੀਆ ਦੇ ਥਰੂ ਹਾਈਲਾਈਟ ਹੋਈ ਹੈ, ਜੈਨੂਇਨ ਮੁੱਦਾ ਜੋ ਉਹ ਉੱਠਿਆ ਹੈਗਾ ਆ। ਸੋ ਮੈਂ ਮੀਡੀਆ ਨੂੰ, ਜਥੇਬੰਦੀਆਂ ਨੂੰ, ਹਰ ਇੱਕ ਪਰਸਨ ਨੂੰ ਜੋ ਐਡਵੋਕੇਟਸ ਨੇ, ਜੋ ਐਜ਼ ਅ ਹਿਊਮਨ ਜਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਨੇ, ਸੋ ਇਸ ਰਾਈਟ ਦੀ ਬੱਚਿਆਂ ਦੇ ਰਾਈਟ ਦੀ,
ਕਕਾਰਾਂ ਨੂੰ ਲੈ ਕੇ ਉਹ ਜਿਹੜਾ ਆ ਕੋਈ ਸੋਲੂਸ਼ਨ ਇਸ ਤੇ ਜੋ ਐਫਰਟ ਕਰ ਸਕਦੇ ਨੇ, ਜਿਵੇਂ ਵੀ ਹੈਲਪ ਕਰ ਸਕਦੇ ਨੇ, ਉਹ ਜ਼ਰੂਰ ਆਪਣੇ ਲੈਵਲ ਤੇ ਕਰਨ। ਮੌਕੇ ਤੇ ਲਿਆ ਗਿਆ ਫੈਸਲਾ ਜਿਹੜਾ ਸੀਗਾ, ਤੁਸੀਂ ਤੁਹਾਨੂੰ ਇਹ ਵੀ ਹੋਇਆ ਹੋਊਗਾ, ਫੀਲ ਵੀ ਹੋਇਆ ਹੋਏਗਾ ਕਿ ਮੈਂ ਇੰਨੀ ਦੂਰੋਂ ਇੱਥੇ ਐਗਜ਼ਾਮ ਦੇਣ ਲਈ ਆਈ ਸੀ, ਕੁਝ ਹੋਪ ਲੈ ਕੇ ਗਏ ਸੀ ਤੁਸੀਂ ਕੁਝ, ਹੈ ਨਾ? ਉਹਦੇ ਵਿੱਚ ਉਸ ਲਈ ਕੀ ਵਾਹਿਗੁਰੂ ਨੂੰ ਯਾਦ ਕੀਤਾ ਗਿਆ, ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਮਨ ਚ ਸਿਚੁਏਸ਼ਨ ਸੀ ਹੋਵੇ? ਦੇਖੋ, ਮੈਨੂੰ ਨਹੀਂ ਲੱਗਦਾ ਕਿ ਇਹ ਫੈਸਲਾ ਉਹਦੇ ਸਪੋਰਟ ਤੋਂ, ਵਾਹਿਗੁਰੂ ਗੁਰੂ ਮਹਾਰਾਜ ਦੇ ਹਨਾ, ਉਸ ਤੋਂ ਮੈਂ ਲੈ ਸਕਦੀ ਸੀ। ਮੈਂ ਉਸ ਤੋਂ ਬੋਲ ਨਹੀਂ ਸਕਦੀ, ਉਹ ਪ੍ਰੋਟੈਸਟ ਮੈਂ ਉਸ ਤੋਂ ਬਿਨਾਂ ਕਰ ਨਹੀਂ ਸੀ ਸਕਦੀ। ਸੋ ਜੋ ਹੋਇਆ, ਮੈਂ ਪਰਸਨਲੀ ਕਹਾਂ ਕਿ ਮੈਂ ਕੀਤਾ ਆ ਜਾਂ ਮੇਰੇ ਚ ਉਨੀ ਸਟਰੈਂਥ ਹੈ, ਉਹ ਮੈਂ ਨਹੀਂ ਕਹਾਂਗੀ। ਜੋ ਹੋਇਆ ਉਹ ਮਹਾਰਾਜ ਦੇ ਹੁਕਮ ਚ ਉਹਨਾਂ ਨੇ ਕਰਵਾਇਆ ਆ। ਸੋ ਉਹ ਚੀਜ਼ ਦਾ ਜੋ ਹੁਣ ਆਉਣ ਵਾਲਾ ਜੋ ਰਿਜ਼ਲਟ ਹੈ, ਮੈਨੂੰ ਉਸ ਤੇ ਹੈ ਕਿ ਵੀ ਇਸ ਚੀਜ਼ ਦਾ ਕੋਈ ਸੋਲੂਸ਼ਨ ਆਂਦਾ ਹੈ ਤਾਂ ਉਹ ਬਹੁਤ ਵਧੀਆ ਹੋਏਗਾ ਬੱਚਿਆਂ ਦੇ ਲਈ। ਮੈਨੂੰ ਉਸ ਟਾਈਮ ਮੈਂ ਕਹਾਂ ਕਿ ਮੈਂ ਪੇਪਰ ਨਹੀਂ ਦਿੱਤਾ, ਓਬਵੀਅਸ ਹੈ ਇੰਨੀ ਦੂਰ ਤੋਂ ਟਰੈਵਲ ਕਰਕੇ ਉੱਥੇ ਜਾਣਾ, ਸਭ ਕੁਝ ਕਰਨਾ, तो बाहर खड़े होना, वो भी सिर्फ बिना पेरेंट्स तो इन्नी दूर जाके तो हैंडल करना होया सीगा थोड़ा। बट मैनू उस चीज़ का कोई अफसोस नहीं है कि मैं गलत नहीं किया कुछ। मैं ककार तो मना किया है कि मैं उतार के नहीं जावांगी, वो मेरा सही फैसला सीगा। ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੁਹਾਡੇ ਨਾਲ ਰਾਬਤਾ ਕੀਤਾ ਗਿਆ, ਵੱਖ-ਵੱਖ ਸਿੱਖ ਜਥੇਬੰਦੀਆਂ ਤੁਹਾਡੇ ਨਾਲ ਪਹੁੰਚ ਕਰ ਰਹੀਆਂ, ਸਨਮਾਨ ਕਰ ਰਹੀਆਂ ਵਾ, ਔਰ ਅੱਗੇ ਜਿਹੜਾ ਕਿ ਲੀਗਲ ਐਕਸ਼ਨ ਹੈ ਕੋਈ, ਉਹਦੇ ਬਾਰੇ ਵੀ ਵਿਚਾਰ ਕੀਤਾ ਤੁਸੀਂ? हाँ जी, ऑबवियस है कि इस चीज़ का जो सोल्यूशन है, जिवें भी होया लीगली जाके उस चीज़ का सोल्यूशन लेके आना पएगा। जे नहीं आएगा तो नेक्स्ट ईयर फिर चीज़ होएगी। गवर्नमेंट तक चाहे जिवें भी है, मिनिस्ट्री, होम मिनिस्ट्री होए, चाहे माइनॉरिटी कमीशन है, सिख जथेबंदियां तक अप्रोच करना है जो मैनू कर रहे ने, हर एक चीज़ का कंबाइंड एफर्ट मैं इस टाइम चाहनी हाँ कि इस चीज़ से जो होवे ते इस चीज़ का सोल्यूशन आवे, एंड वो ट्राई भी करांगी मैं अपने वालों। ਇਹ ਅੱਗੇ ਤੋਂ ਇਹ ਚੀਜ਼ ਨਾ ਹੋਵੇ, ਇਸ ਸੰਬੰਧੀ ਕੀ ਸਰਕਾਰ ਨੂੰ, ਗਵਰਨਮੈਂਟ ਨੂੰ ਜਾਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਆ, ਉਹਨਾਂ ਨੂੰ ਵੀ ਕੋਈ ਇਹੋ ਜਿਹਾ ਕਰਨਾ ਚਾਹੀਦਾ, ਪ੍ਰਾਵਧਾਨ ਲਿਆਉਣਾ ਚਾਹੀਦਾ ਕਿ ਜਿਹੜਾ ਕਦੀ ਵੀ ਕਿਸੇ ਵਿਦਿਆਰਥੀ ਨੂੰ ਜਾਂ ਸਿੱਖ ਦਾ ਵਿਦਿਆਰਥੀ ਪੇਪਰ ਦੇਣ ਜਾਂਦਾ ਜਾਂ ਕਿਸੇ ਵੀ ਐਂਟਰੈਂਸ ਕਰਦਾ, ਉੱਥੇ ਉਹਨੂੰ ਐਵੇਂ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕਹਿਣਾ ਚਾਹੁੰਦੇ ਇਹਦੇ ਵਿੱਚ? ਹਾਂਜੀ ਬਿਲਕੁਲ, ਇਹ ਤੇ ਸਾਨੂੰ ਕਲੈਰਿਟੀ ਚਾਹੀਦੀ ਹੈ, ਹਰ ਇੱਕ ਬੱਚੇ ਲਈ ਕਲੈਰਿਟੀ ਚਾਹੀਦੀ ਹੈ, ਐਂਡ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ। ਤੁਸੀਂ ਇਸ ਰਿਗਾਰਡਿੰਗ ਸਾਰੀਆਂ ਹੀ ਸਟੇਟਸ ਨੂੰ ਇੱਕ ਯੂਨੀਫਾਰਮ ਗਾਈਡਲਾਈਨਸ ਦੇ ਦਿਓ ਕਿ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਲਈ ਐਗਜ਼ਾਮ 'ਚ ਅਪੀਅਰ ਹੋਣ ਦੇ ਲਈ ਕੀ ਗਾਈਡਲਾਈਨਸ ਹੋਣਗੀਆਂ, ਤਾਂ ਕਿ ਬੱਚੇ ਉਹ ਫੋਲੋ ਕਰਕੇ ਐਗਜ਼ਾਮ ਦੇ ਪਾਣ। ਸੋ ਬਾਕੀ ਇਹਦੇ ਲਈ ਐਫਰਟ ਜੋ SGPC ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਐਂਡ ਉਹਨਾਂ ਨੂੰ ਕਰਨਾ ਪਏਗਾ। ਸੋ ਜਥੇਬੰਦੀਆਂ ਦਾ ਇਸ ਟਾਈਮ ਦੇਖਣਾ ਪਏਗਾ ਕਿ ਉਹ ਇਸ ਚੀਜ਼ ਨੂੰ, ਇਸ ਦਾ ਹੱਲ ਕਰਵਾਉਣ 'ਚ ਸਫਲ ਹੋ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਐਂਡ ਗਵਰਨਮੈਂਟ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਸਿੱਖਿਆ ਬੱਚਿਆਂ ਨੂੰ ਗਾਈਡਲਾਈਨਸ ਤਾਂ ਦੇਣ ਐਟਲੀਸਟ। ਇੱਕ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਅੱਗੇ ਜਿਹੜੇ ਆਮ ਜਿਹੜੇ ਸਿੱਖ ਪਰਿਵਾਰ ਨਾਲ ਸੰਬੰਧਿਤ ਤੁਹਾਡੇ ਵਰਗੇ ਜਿਹੜੇ ਹੋਰ ਸਾਥੀ ਨੇ, ਵਿਦਿਆਰਥੀ ਨੇ ਜਿਹੜੇ ਆ, ਉਹਨਾਂ ਨੂੰ ਤੁਸੀਂ ਕੀ ਨਸੀਹਤ ਦੇਣਾ ਚਾਹੁੰਦੇ, ਕੀ ਅਪੀਲ ਕਰਨਾ ਚਾਹੁੰਦੇ ਆਪ ਬੀਤੀ ਨੂੰ ਲੈ ਕੇ? ਦੇਖੋ, ਮੇਰਾ ਜੋ ਡਿਸੀਜ਼ਨ ਸੀਗਾ, ਮੈਂ कुछ प्लान नहीं हुंदा, एंड ऑन द मोमेंट जो मैं डिसीजन लिया मेरा ठीक सीगा। मैं अपने जो इमोशंस एंड जो सही सीगा मैं वो डिसीजन लिया। ते हर बच्चे नूं मैं यही कहांगी, आई नो कि बच्चों की सिचुएशन सेम नहीं हुंदी, कुछ ने को ककार उतार के पेपर दिता है क्योंकि प्रैपरेशन की हुंदी है, घर की सिचुएशन नहीं हुंदी, बहुत चीज़ां जिहड़ियां काउंट करदियां ने, बच्चे डिसीजन लैंदे ने। मैं उन्हां दे लई यही कहांगी, एटलीस्ट इस चीज़ 'च सपोर्ट करो ताकि तुहानूं भी सफ़र ना करना पवे। एंड बाकी ਜਿਹੜੇ ਸਟੈਂਡ ਲੈ ਰਹੇ ਨੇ ਜਾਂ ਜਿਹੜੇ ਸਫਰ ਕਰ ਚੁੱਕੇ ਨੇ, ਅੱਗੇ ਜਿਨ੍ਹਾਂ ਨੇ ਆਣਾ ਹੈ, ਸਭ ਦੇ ਲਈ ਇੱਕ ਸੋਲੂਸ਼ਨ ਆ ਸਕੇ। ਮੇਰੀ ਉਹਨਾਂ ਨੂੰ ਇਹ ਅਪੀਲ ਹੈ ਕਿ ਇਸ ਚੀਜ਼ ਨੂੰ ਐਟਲੀਸਟ ਤੁਸੀਂ ਸਪੋਰਟ ਕਰੋ, ਕਿਉਂਕਿ ਇਹ ਜੈਨੂਇਨ ਚੀਜ਼ ਹੈ, ਬੱਚਿਆਂ ਨੂੰ ਕੁਝ ਨਾ ਕੁਝ ਸੋਲੂਸ਼ਨ ਗਾਈਡਲਾਈਨਸ ਮਿਲ ਜਾਣ ਬਸ। ਲਾ ਦੀ ਸਟੱਡੀ ਤੁਸੀਂ ਕਿੱਥੋਂ ਕੀਤੀ ਸੀ ਔਰ ਘਰ ਵਿੱਚ ਕੌਣ-ਕੌਣ ਹੈ, ਕਿਸ ਤਰ੍ਹਾਂ ਉਹਨੂੰ ਜਾਣਕਾਰੀ ਦਿਓ? ਘਰ ਵਿੱਚ ਸਾਡੀ ਜੁਆਇੰਟ ਫੈਮਿਲੀ ਹੈ, ਐਂਡ ਮੈਂ ਗ੍ਰੈਜੂਏਸ਼ਨ ਜੋ ਹੈ ਲਾਅ ਡਿਗਰੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੇਨ ਕੈਂਪਸ ਤੋਂ ਹੋਈ ਹੈ। ਔਰ ਫੈਮਿਲੀ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ ਹੈ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਵੀ? ਫੈਮਿਲੀ ਦੀ ਸਪੋਰਟ, ਚਲੋ ਡਿਸੀਜਨ ਜਦ ਗਲਤ ਨਹੀਂ ਹੈ ਮੇਰਾ, ਸੋ ਉਸ ਚੀਜ਼ ਤੇ ਸਪੋਰਟ ਘਰ ਦੇ ਮੈਂਬਰ ਸਭ ਕਰ ਰਹੇ ਨੇ, ਫੈਮਿਲੀ ਕਰ ਰਹੀ ਹੈ, ਹਰ ਇੱਕ ਜਥੇਬੰਦੀ, ਹਰ ਇੱਕ ਪਰਸਨ ਮੈਨੂੰ ਬਹੁਤ ਪਿਆਰ ਮਾਣ ਦੇ ਰਿਹਾ ਆ। ਐਂਡ ਮੈਨੂੰ ਪਤਾ ਹੈ ਕਿ ਸ਼ਾਇਦ ਇਹ ਮੇਰਾ ਨਹੀਂ ਹੈ, ਮੈਂ ਇਸ ਚੀਜ਼ ਨੂੰ ਨਹੀਂ ਮੰਨ ਰਹੀ ਕਿ ਮੈਂ ਕੁਝ ਕੀਤਾ ਆ, ਬਟ ਚਲੋ ਗੁਰੂ ਮਹਾਰਾਜ ਨੇ ਹੁਕਮ ਜਿਵੇਂ ਵੀ ਸੀ, ਉਹ ਜੋ ਉਹਨਾਂ ਦਾ ਪਲਾਨ ਸੀ ਉਹ ਸਭ ਚੱਲ ਰਿਹਾ ਹੈ। ਬਸ ਮੈਨੂੰ ਇਹ ਹੈ ਕਿ ਇਸ ਤੋਂ ਬਾਅਦ ਇਸ ਦਾ ਸੋਲੂਸ਼ਨ ਆਵੇ ਬਸ।
ਗੁਰਪ੍ਰੀਤ ਕੌਰ ਸਨ, ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੀ ਵੀ ਇਹ ਸਿਚੁਏਸ਼ਨ ਸੀਗੀ, ਇਹ ਫੈਸਲਾ ਮੈਂ ਖੁਦ ਨਹੀਂ ਲਿਆ। ਇਹ ਜਿਹੜਾ ਕਿ ਵਾਹਿਗੁਰੂ ਦੇ ਕਹਿਣ ਅਨੁਸਾਰ ਜੋ ਵੀ ਹੋਇਆ ਉਸ ਵੇਲੇ ਮੌਕੇ ਦੀ ਸਿਚੁਏਸ਼ਨ ਲੈ ਕੇ ਹੋਇਆ ਹੈ, ਔਰ ਭਵਿੱਖ ਵਿੱਚ ਅਜਿਹਾ ਕਦੇ ਵੀ ਕਿਸੇ ਨਾਲ ਨਾ ਹੋਵੇ। ਇਸ ਸੰਬੰਧੀ ਸਰਕਾਰਾਂ SGPC ਨੂੰ ਇਸ ਸੰਬੰਧੀ ਵਿਸ਼ੇਸ਼ ਤੌਰ ਪਰ ਧਿਆਨ ਦੇਣਾ ਚਾਹੀਦਾ ਹੈ। ਰਮਨ ਚਾਵਲਾ, ਜਗਬਾਣੀ TV, ਤਰਨਤਾਰਨ। ਤੇ ਜੁਡੀਸ਼ਰੀ ਦੇ ਐਗਜ਼ਾਮ, ਰਾਜਸਥਾਨ ਜੁਡੀਸ਼ਰੀ ਦਾ ਐਗਜ਼ਾਮ ਸੀਗਾ ਤਾਂ ਮੈਂ ਗਈ ਐਂਡ ਉੱਥੇ ਇਨਸਟਰਕਸ਼ਨਸ ਦੇ ਅਕੋਰਡਿੰਗ, ਉਹਨਾਂ ਦੇ ਅਕੋਰਡਿੰਗ ਜਿਵੇਂ ਸੀਗਾ ਕਿ ਵੀ ਸ਼ਾਰਪ ਆਬਜੈਕਟ ਐਂਡ ਜੁਐਲਰੀ ਇਹ ਸਭ ਤੁਸੀਂ ਅੰਦਰ ਨਹੀਂ ਲੈ ਕੇ ਜਾ ਸਕਦੇ। ਉਸ ਬੇਸਿਸ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਕਕਾਰ ਆਪਣਾ ਕਿਰਪਾਨ ਉਤਾਰ ਕੇ ਹੀ ਅੰਦਰ ਪੇਪਰ ਦੇ ਸਕਦੇ ਹੋ। ਸੋ ਉਸ ਚੀਜ਼ ਨੂੰ ਉਤਾਰਨ ਲਈ ਮੈਨੂੰ ਕਿਹਾ, ਮੈਂ ਸਿੰਪਲ ਕਲੀਅਰ ਸੀਗੀ ਕਿ ਮੈਂ ਪੇਪਰ ਇਸ ਤੋਂ ਬਿਨਾਂ ਨਹੀਂ ਦੇ ਸਕਦੀ, ਮੈਂ ਨਹੀਂ ਉਤਾਰ ਸਕਦੀ, ਉਤਾਰ ਕੇ ਅੰਦਰ ਉਹਨਾਂ ਨੂੰ ਬੋਲੀ ਕਿ ਮੈਂ ਉਤਾਰ ਕੇ ਨਹੀਂ ਜਾਵਾਂਗੀ। ਐਂਡ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੇਰੇ ਲਈ ਆਲਟਰਨੇਟਿਵ ਨਹੀਂ ਸੀਗਾ, ਉਸ ਟਾਈਮ ਦਿੱਤਾ ਨਹੀਂ ਗਿਆ ਐਂਡ ਕੋਈ ਗਾਈਡਲਾਈਨ ਨਹੀਂ ਦਿੱਤੀ ਗਈ। ਸੋ ਮੈਨੂੰ ਬਾਹਰ ਹੀ ਖੜਨਾ ਪਿਆ ਐਂਡ ਪੇਪਰ ਚਲੋ ਉਹਨਾਂ ਨੇ ਨਹੀਂ ਮੇਰਾ ਲਿਆ, ਐਂਟਰੀ ਹੀ ਨਹੀਂ ਦਿੱਤੀ ਗਈ। ਸੋ ਐਜ਼ ਅ ਫੰਡਾਮੈਂਟਲ ਰਾਈਟ ਸਾਨੂੰ ਕਿਰਪਾਨ ਅਗਰ ਕਨਸਟੀਟਿਊਸ਼ਨ 'ਚ ਲਿਖ ਕੇ ਦੇ ਦਿੱਤਾ ਗਿਆ ਕਿ ਵੀ ਤੁਸੀਂ ਕੈਰੀ ਕਰਨਾ ਆ, ਜੇ ਤੁਸੀਂ ਉਹਨੂੰ ਡਿਨਾਈ ਕਰਨਾ ਆ ਤਾਂ ਬੱਚਿਆਂ ਨੂੰ ਗਾਈਡਲਾਈਨ ਦਿਓ, ਕੁਛ ਉਹਨਾਂ ਦੇ ਆਲਟਰਨੇਟ